सतगुरु गुरु अर्जन देव पातशाह जी द्वारा उचारण की हुई बाणी सुखमणि साहिब दी 8वीं अष्टपदी पहले 4 अंक अज समझण दा यतन करांगे। गुरु अर्जन देव पातशाह जी ने परमात्मा दे रस्ते ते तुरन वालियां दी व्याख्या विचार इस बाणी विच खास तौर ते कीती है कि इस मार्ग ते किहड़े-किहड़े अहुदे हन, किहड़ी-किहड़ी पोस्ट है। धर्म दे मार्ग ते तुरन वाले किहड़ी-किहड़ी अवस्था विच विचरदे ने। उदाहरणां दित्तियां गईयां। ब्रह्म ज्ञानी कौन है? ब्रह्म का अर्थ है परमात्मा ते ज्ञानी का अर्थ है जानन वाला। वैसे तो ब्रह्म नूं कदी जाणिया नहीं जाता, उन्हों सिर्फ माणिया जाता है। पर जानन दे 2 अर्थ गुरबाणी विच आए हैं। जिथे सतगुरु कहते ब्रह्म ज्ञानी ने ब्रह्म नूं, परमात्मा नूं, अकाल पुरख नूं जो बेअंत है, अपार है, उस नूं जान लिया है। वो जानना किवें दा है, मैं ये बेनती कर दियां। क्योंकि जिवें एक बच्चा जिस वेले अपनी माँ का दुध पींदा है, एक डॉक्टर है, एक साइंसदान है, वो उहदे दुध नूं वेख सकदा है इहदे विच किहड़े-किहड़े तत्त ने, कित्थों ये किहड़े तत्तां दा बणिया, उस नूं टेस्ट करेगा, चैक करेगा। उहदी जानकारी एक प्रकार दी है, ਉਹਦੀ खोज कर रहा है भी ਉਹਦੇ ਵਿੱਚ ਕਿਹੜੇ-ਕਿਹੜੇ ਤੱਤ ਹਨ। पर ਜਿਹੜਾ ਬੱਚਾ ਉਸ ਦੁੱਧ ਨੂੰ ਪੀ ਰਿਹਾ ਹੈ, ਉਹ ਵੀ ਉਹਦੇ ਬਾਰੇ ਜਾਣ ਰਿਹਾ ਹੈ। ਉਸ ਦੁੱਧ ਬਾਰੇ ਇਹ ਨਹੀਂ ਜਾਣਦਾ ਕਿ ਇਹਦੇ ਵਿੱਚ ਕਿਹੜੇ ਵਿਟਾਮਿਨਸ, ਕਿਹੜੇ ਤੱਤ ਹਨ। ਉਹ ਉਹਦੇ ਵਿੱਚੋਂ ਸਿਰਫ ਇੱਕ ਚੀਜ਼ ਜਾਣਦਾ ਵੀ ਉਸ ਦੁੱਧ ਵਿੱਚੋਂ ਸਵਾਦ ਕਿਹੜਾ ਆ ਰਿਹਾ ਤੇ ਉਹਦੀ ਤਾਕਤ ਉਸ ਦੁੱਧ ਦੀ ਉਹਨੂੰ ਮਿਲਦੀ ਹੈ। सतगुरु सच्चे पातशाह जी ने जिथे ये शब्द कहे ना, ब्रह्म ज्ञानी परमात्मा नूं जानदा है, उथे जानन दे ये अर्थ नहीं कि उसका अंत लै रहा है। लीड बदल दो, दूसरा मैक ला। उहदा अर्थ ये नहीं कि वो अकाल पुरख वैगुरू का अंत लभण का यतन करदा है। नहीं, वो तो सिर्फ एक ही उहदा तरीका है कि उहदे चरनां नाल इस तरह सांझ पा के बैठा है जिवें एक भवरा खिड़े हुए फुल कोल आउंदा है ते फुल कोल आके उहदी सुगंधी ते मस्त हो के उस सुगंधी दे उत्ते बैठ जाता है, उस फुल ते बैठ जाता है, उस फुल दी सुगंधी नूं माणदा है और उहदे एहसास विच चला जाता है, उहदी फीलिंग विच, प्रतीति विच कि फुल विचों किवें दी सुगंधी आ रही है। पर उहदे अंदर कदी ख्याल नहीं उठदा भी सुगंधी काहदी बनी है ते किवें दी है। वो सिर्फ उहनूं जान रहा है। पर उत्थे ही एक खोजी जदों उस फुल वल वेखेगा ते उहदी खोज करेगा, कित्थों बनिया, इहदा बीज कित्थों आया सी, ये किहड़ी नस्ल दा है, इहदे विचों किहड़ी दवाई बन सकदी, उहदी खोज करेगा। उहदा जानना होर है। पर एक परमात्मा दे भगत दा जानकारी परमात्मा दी उस भवरे वर्गी है
ਜਿਹੜਾ ਸਿਰਫ ਉਹਦੀ ਸੁਗੰਧੀ ਲੈਂਦਾ ਤੇ ਉਹਦਾ ਅਹਿਸਾਸ ਕਰ ਰਿਹਾ, ਪ੍ਰਤੀਤ ਕਰ ਰਿਹਾ ਉਸ ਨੂੰ। ਇਸੇ ਤਰ੍ਹਾਂ ਮੈਂ ਬੇਨਤੀ ਕਰਾਂ, ਜਿਵੇਂ ਇੱਕ ਵਿਗਿਆਨਕ ਕਿਸੇ ਦੇ ਖੂਨ ਵਿੱਚੋਂ ਚੈੱਕ ਕਰਦਾ ਵੀ ਇਹਦੇ ਵਿੱਚ ਕਿਹੜੇ ਕਿਹੜੇ ਤੱਤ ਨੇ, ਪਰ ਇੱਕ ਕੋਈ ਜੀਵ ਉਸ ਖੂਨ ਨੂੰ ਜਿਵੇਂ ਚੂਸਦਾ ਹੈ ਤੇ ਉਹ ਚੂਸਣ ਵਾਲਾ ਉਹਦੇ ਤੱਤਾਂ ਨੂੰ ਨਹੀਂ ਜਾਣਦਾ, ਸਿਰਫ ਜਾਣਦਾ ਉਸ ਖੂਨ ਦਾ ਸਵਾਦ ਕਿਵੇਂ ਦਾ ਹੈ। ਇਹ ਸਾਰੀ ਅਸ਼ਟਪਦੀ ਜਿਹਦੇ ਅੰਦਰ ਵਾਰ-ਵਾਰ ਇਹ ਸ਼ਬਦ ਰਿਪੀਟ ਕੀਤਾ ਜਾਏਗਾ, ਬ੍ਰਹਮ ਗਿਆਨੀ, ਬ੍ਰਹਮ ਗਿਆਨੀ, ਬ੍ਰਹਮ ਗਿਆਨੀ, ਇਹਦੇ ਅਰਥ ਹੋਣਗੇ ਉਹ ਹਸਤੀ, ਉਹ ਮਨੁੱਖ, ਉਹ ਭਗਤ, ਉਹ ਸ਼ਖਸੀਅਤ ਜਿਨ੍ਹੇ ਅਕਾਲ ਪੁਰਖ ਨਾਲ ਪ੍ਰੇਮ ਕੀਤਾ, ਉਹਦਾ ਨਾਮ ਜਪਿਆ ਹੈ, ਉਹਦੇ ਨਾਲ ਸਾਂਝ ਪਾਈ ਹੈ। ਠੀਕ ਚੱਲਦਾ, ਬੰਦ ਕਰਾ ਦਿਓ। ਠੀਕ ਹੈ, ਬਿਲਕੁਲ। ਉਹਦੇ ਅੰਦਰ ਸਿਰਫ ਜਾਣਕਾਰੀ ਇਸ ਤਰ੍ਹਾਂ ਦੀ ਹੈ ਕਿ ਉਹਦੇ ਚਰਨਾਂ ਦੇ ਨਾਲ ਆਪਣੀ ਸੁਰਤ ਲਾ ਕੇ ਖੁੱਭ ਕੇ ਬੈਠਾ ਹੈ, ਉਹਦੇ ਸਵਾਦ ਨੂੰ, ਉਹਦੇ ਰਸ ਨੂੰ ਜਾਣ ਰਿਹਾ ਹੈ ਤੇ ਪਰਤ ਕੇ ਉਹਦੀ ਵਿਆਖਿਆ ਕੋਈ ਉਹਦੇ ਅੰਦਰੋਂ ਫੁੱਟਦੀ ਨਹੀਂ, ਨਿਕਲਦੀ ਨਹੀਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਬਚਨ ਵਿੱਚ ਕਿਰਪਾ ਕੀਤੀ। ਬ੍ਰਹਮ ਗਿਆਨੀ ਕਿਵੇਂ ਦਾ ਹੈ, ਉਹਦੇ ਲਕਸ਼ਣ, ਉਹਦੇ ਲੱਛਣ ਦੱਸੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਲੱਛਣਾਂ ਤੋਂ ਕੁਝ ਨਾ ਕੁਝ ਪਹਿਚਾਨਿਆ ਜਾ ਸਕਦਾ ਹੈ ਕਿ ਵਾਕਿਆ ਹੀ ਇਹ ਬ੍ਰਹਮ ਗਿਆਨੀ ਹੈ, ਨਹੀਂ ਤੇ ਹੋਰ ਮੂੰਹ ਨੱਕ ਤੋਂ ਬਾਹਰੋਂ ਸਰੀਰਕ ਤੌਰ ਤੇ ਉਹਦੀ ਪਹਿਚਾਨ ਨਹੀਂ ਹੈ, ਉਹਦੀ ਹੋਰ ਕੋਈ ਪਹਿਚਾਨ ਨਹੀਂ। ਸਰੀਰ, ਹੱਥ ਪੈਰ, ਖਾਣਾ ਪੀਣਾ, ਪਹਿਨਣਾ, ਬੋਲਣਾ ਉਹਦਾ ਸੰਸਾਰ ਵਰਗਾ ਹੀ ਹੈ, ਪਰ ਸਾਧ ਸੰਗਤ ਉਹਦੇ ਅੰਦਰ ਜਿਹੜੀ ਤਸਵੀਰ ਹੈ, ਅੱਖ ਉਹਦੀ ਸੰਸਾਰੀ ਦੀ ਹੈ, ਪਰ ਉਹਦੀ ਅੱਖ ਦੇ ਵਿੱਚ ਜੋ ਦ੍ਰਿਸ਼ਟੀ ਹੈ, ਉਹਦੀ ਤਸਵੀਰ ਦੇ ਵਿੱਚ ਫਰਕ ਪੈ ਜਾਂਦਾ ਹੈ, ਉਹਦੀ ਤਸਵੀਰ ਦੇ ਵਿੱਚ ਅੰਮ੍ਰਿਤ ਵਰਸਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਹੋਰ ਕਈ ਪ੍ਰਕਾਰ ਦੇ ਉਹਦੇ ਜੀਵਨ ਦੇ ਜਿਹੜੇ ਲੱਛਣ ਨੇ, ਉਹਨਾਂ ਵਿੱਚ ਬਹੁਤ ਵੱਡਾ ਫਰਕ ਪੈ ਜਾਂਦਾ ਹੈ। ਸਤਿਗੁਰੂ ਸਭ ਤੋਂ ਪਹਿਲਾ ਲਕਸ਼ਣ ਬ੍ਰਹਮ ਗਿਆਨੀ ਦਾ ਕਹਿੰਦੇ ਨੇ, ਕਿਉਂਕਿ ਬਾਹਰੋਂ ਤੇ ਪਹਿਚਾਨਿਆ ਨਹੀਂ ਜਾਏਗਾ, ਬਾਹਰੋਂ ਤੇ ਵੇਖਿਆ ਨਹੀਂ ਜਾਏਗਾ, ਸਿਰਫ ਉਹਦੇ ਲਕਸ਼ਣਾਂ ਤੋਂ। ਜਿਵੇਂ ਇੱਕ ਬੰਦੇ ਨੂੰ ਸਰੀਰ ਵਿੱਚ ਤਾਪ ਹੈ, ਬੁਖਾਰ ਹੈ, ਤੇ ਉਹਦੇ ਮੱਥੇ ਤੇ ਸ਼ਬਦ ਨਹੀਂ ਆਉਂਦਾ ਵੀ ਇਹਨੂੰ ਬੁਖਾਰ ਚੜਿਆ ਹੋਇਆ, ਸਿਰਫ ਤੇ ਸਿਰਫ ਸਾਧ ਸੰਗਤ ਜੀ ਉਹਦੇ ਸਰੀਰ ਦੇ ਵਿੱਚ ਜਿਹੜਾ ਭਖਵਾਪਣ ਹੈ, ਉਹਦੇ ਸਰੀਰ ਦੇ ਵਿੱਚੋਂ ਜਿਹੜਾ ਸੇਕ ਨਿਕਲਦਾ ਹੈ, ਉਹ ਸੇਕ ਲੱਛਣ ਹੈ ਉਹਦਾ ਕਿ ਇਹਦੇ ਅੰਦਰ ਕੋਈ ਨਾ ਕੋਈ ਬਿਮਾਰੀ, ਕੋਈ ਰੋਗ ਹੈ। ਜਾਂ ਇਉਂ ਕਹੋ ਵੀ ਕਿਸੇ ਦੇ ਸਰੀਰ ਦੇ ਵਿੱਚ ਦਰਦ ਹੁੰਦੀ ਹੋਵੇ ਤੇ ਉਸ ਦਰਦ ਦਾ ਕਦੀ ਬਾਹਰਲੇ ਪਾਸੇ ਲਿਖਿਆ ਨਹੀਂ ਆਏਗਾ ਵੀ ਇਸ ਨੂੰ ਦਰਦ ਹੋ ਰਹੀ ਹੈ, ਉਹਦੀ ਆਵਾਜ਼ ਦੇ ਵਿੱਚੋਂ ਦਰਦ ਦਾ ਅਹਿਸਾਸ ਹੋਵੇਗਾ ਜਦੋਂ ਕਹੇਗਾ ਮੈਨੂੰ ਦਰਦ ਹੁੰਦੀ ਹੈ। ਜਾਂ ਉਸ ਨੂੰ ਬਾਹਰੋਂ ਉਹਦੇ ਸਰੀਰ ਦੇ ਜਿਹੜੇ ਲੱਛਣ ਨੇ ਉਹਨਾਂ ਤੋਂ ਪਹਿਚਾਨਿਆ ਜਾ ਸਕਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰੱਬ ਦੇ ਪਿਆਰਿਆਂ ਦੇ ਕੁਝ ਲਕਸ਼ਣ ਨੇ, ਜਦੋਂ ਉਹਨਾਂ ਵੱਲ ਵੇਖਦੇ ਹਾਂ ਤੇ ਉਹਨਾਂ ਦੇ ਲੱਛਣ ਪ੍ਰਗਟ ਤੌਰ ਤੇ ਦਿਸਦੇ ਨੇ। ਇੱਥੇ ਮੈਂ ਇੱਕ ਹੋਰ ਬੇਨਤੀ ਆਪ ਜੀ ਨਾਲ ਸਾਂਝੀ ਕਰਾਂਗਾ। ਇੱਕ ਤੇ ਲੱਛਣ ਆਪਣੇ ਆਪ ਪੈਦਾ ਹੁੰਦੇ ਨੇ। ਜਦੋਂ ਕੋਈ ਭਗਤੀ ਕਰਦਾ ਹੈ ਤੇ ਭਗਤ ਭੀਖਣ ਜੀ ਦਾ ਇੱਕ ਸ਼ਬਦ ਮੈਂ ਆਪ ਜੀ ਨਾਲ ਸਾਂਝਾ ਕਰਦਿਆਂ, ਉਹਦੇ ਵਿੱਚ ਸਾਫ਼ ਤੌਰ ਤੇ ਬੰਦੇ ਦੇ ਸਰੀਰ ਦੇ ਲੱਛਣ ਦੱਸੇ ਗਏ ਨੇ ਕਿ ਜਿਹੜਾ ਪਰਮਾਤਮਾ ਨਾਲ ਸਾਂਝ ਪਾਏਗਾ ਉਹਦੇ ਸਰੀਰ ਦੇ ਲੱਛਣ ਕਿਵੇਂ ਦੇ ਬਣ ਜਾਣਗੇ। ਸਤ ਭਗਤ ਜੀ ਦੇ ਬਚਨ ਨੇ, ਕਹਿਣ ਲੱਗੇ ਰਸਨਾ ਰਮਤ ਸੁਣਤ ਸੁਖ ਸਰਵਣਾ ਚਿਤ ਚੇਤੇ ਸੁਖ ਹੋਈ। ਇਹ ਸਰੀਰ ਦੇ ਲੱਛਣ ਨੇ, ਰਸਨਾ ਰਮਤ। ਰਸਨਾ ਤੇ ਉਹਦਾ ਸਵਾਦ ਹੈ ਉਸ ਮਨੁੱਖ, ਪਰ ਰਸਨਾ ਨੂੰ ਸਿਰਫ ਉਹ ਇਕੱਲਾ ਹੀ ਜਾਣਦਾ ਹੈ ਨਾ ਜਿਹੜਾ ਸਵਾਦ ਲੈ ਰਿਹਾ, ਦੂਸਰੇ ਨੂੰ ਨਹੀਂ ਪਤਾ ਇਹਦੇ ਰਸਨਾ ਤੇ ਕਿਵੇਂ ਦਾ ਸਵਾਦ। ਪਰ ਕੁਝ ਚੀਜ਼ਾਂ ਅੱਗੇ ਉਹਨਾਂ ਨੇ ਕਹੀਆਂ, ਕਹਿਣ ਲੱਗੇ ਚਿਤ ਚੇਤੇ ਸੁਖ ਹੋਈ।
ਉਹਦਾ ਚੇਤਾ, ਉਹਦਾ ਚਿੱਤ, ਉਹਦਾ ਮਨ ਸੁਖ ਵਿੱਚ ਹੈ। ਇਸ ਸੁਖ ਨੂੰ ਵੀ ਉਹ ਖੁਦ ਹੀ ਜਾਣਦਾ ਹੈ। ਇਹ ਸਾਰੇ ਲੱਛਣ ਨੇ ਬ੍ਰਹਮ ਗਿਆਨੀ ਦੇ। ਔਰ ਇਹ ਜਿਹੜੇ ਲੱਛਣ ਨੇ ਨਾ, ਇਹ ਭਾਵੇਂ ਬਾਹਰਲੇ ਨੂੰ ਨਹੀਂ ਦਿਸਦੇ, ਪਰ ਅੰਦਰਲਾ ਸਾਡਾ ਦੱਸ ਦਿੰਦਾ ਵੀ ਮੈਂ ਕਿਹੜੀ ਦਸ਼ਾ ਵਿੱਚ ਗਿਆ। ਜੇ ਤੇ ਘਟਨਾ, ਜੇ ਤੇ ਇਹ ਅਵਸਥਾ ਬਣੀ ਸਰੀਰ ਦੇ ਵਿੱਚ, ਫਿਰ ਤੇ ਸਮਝ ਲੈਣਾ ਕੁਝ ਨਾ ਕੁਝ ਪ੍ਰਤੀਤੀ, ਕੁਝ ਨਾ ਕੁਝ ਬੰਦੇ ਨੇ ਤਰੱਕੀ ਕੀਤੀ ਹੈ। ਪਰ ਜੇ ਇਹ ਅਵਸਥਾ ਨਹੀਂ, ਫਿਰ ਕੱਲੀਆਂ ਗੱਲਾਂ ਨੇ ਸਾਡੇ ਜੀਵਨ ਵਿੱਚ। ਸਾਡੇ ਦਰਸ਼ਨ ਵੀ ਆਪਣੇ ਬਣਾਏ ਨੇ, ਸਾਡੀਆਂ ਅਵਸਥਾਵਾਂ ਵੀ ਆਪ ਬਣਾਈਆਂ। ਭਗਤ ਜੀ ਦਾ ਸਾਰਾ ਸ਼ਬਦ ਮੈਂ ਆਪ ਜੀ ਨਾਲ ਸਾਂਝਾ ਕਰਦਿਆਂ ਕਹਿਣ ਲੱਗੇ, ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਪੁੰਨ ਦਾ ਅਰਥ ਹੈ ਫਸਟ ਨੰਬਰ, ਸਭ ਤੋਂ ਪਹਿਲਾ ਆਲੇ ਦਰਜੇ ਦਾ, ਯਾਨੀ ਕਿ ਉਹਦੇ ਨਾਲ ਦਾ ਹੋਰ ਕੋਈ ਨਹੀਂ ਹੈ। ਐਸਾ ਨਾਮ ਰਤਨ ਨਿਰਮੋਲਕ, ਇੱਕ ਤੇ ਉਹਦਾ ਮੁੱਲ ਨਹੀਂ ਪੈਂਦਾ, ਇੰਨਾ ਬੇਸ਼ਕੀਮਤੀ ਹੈ। ਪੁੰਨ ਪਦਾਰਥ, ਉਹ ਇੱਕ ਪਦਾਰਥ ਹੈ, ਉਹ ਕੋਈ ਦਿਮਾਗ ਦੀ ਕਲਪਨਾ ਨਹੀਂ ਹੈ। ਉਹ ਕੋਈ ਇੱਕ ਥਾਂ ਤੋਂ, ਜਿਵੇਂ ਅਸੀਂ ਕਿਸੇ ਨੂੰ ਖਿਆਲ ਪੜ੍ਹਾ ਦਈਏ, ਪਰਮਾਤਮਾ ਹੁੰਦਾ ਕੋਈ ਖਿਆਲੀ ਉਹ ਕਿਲਾ ਨਹੀਂ। ਉਹ ਕਹਿੰਦੇ ਨੇ ਪੁੰਨ ਪਦਾਰਥ ਇੱਕ ਤਰ੍ਹਾਂ ਦਾ ਪਦਾਰਥ ਹੈ। ਜਿਵੇਂ ਆਪਾਂ ਪਾਣੀ ਪੀਂਦੇ ਹਾਂ ਉਹ ਪਦਾਰਥ, ਦੁੱਧ ਪੀਂਦੇ ਹਾਂ ਉਹ ਪਦਾਰਥ ਹੈ, ਕੋਈ ਵੀ ਚੀਜ਼ ਖਾਈ ਦੀ ਉਹ ਪਦਾਰਥ ਹੈ। ਇਸੇ ਤਰ੍ਹਾਂ ਉਹ ਜਿਹੜਾ ਪਦਾਰਥ ਹੈ ਨਾ, ਹੈ ਪਦਾਰਥ ਵਰਗਾ, ਪਰ ਉਹ ਪਦਾਰਥ ਸਾਡੇ ਸਰੀਰ ਦੀ ਪਕੜ ਵਿੱਚ ਨਹੀਂ ਆਉਂਦਾ, ਇਸ ਤੋਂ ਬਾਹਰ ਹੈ। ਪੁੰਨ ਪਦਾਰਥ, ਪੁੰਨ ਦਾ ਅਰਥ ਹੈ ਸਭ ਤੋਂ ਪਹਿਲਾ, ਸਭ ਤੋਂ ਵਧੀਆ। ਫਿਰ ਉਹਦੇ ਲੱਛਣ ਦੱਸੇ ਅੱਗੇ ਨੇ, ਉਸ ਪੁੰਨ ਪਦਾਰਥ ਦੇ ਲੱਛਣ ਦੱਸੇ ਨੇ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਉਹਦੀ ਕੀ ਨਿਸ਼ਾਨੀ ਹੈ? ਜਿਹਨੂੰ ਉਹ ਮਿਲੇਗਾ ਉਹ ਯਤਨ ਕਰੇਗਾ ਇਹਨੂੰ ਲੁਕਾ ਲਵਾਂ, ਪਰ ਉਹ ਲੁਕੇਗਾ ਨਹੀਂ। ਉਹ ਉਛਾਲੇ ਮਾਰ ਮਾਰ ਕੇ ਉਹਦੇ ਤੋਂ ਬਾਹਰ ਨਿਕਲੇਗਾ। ਅਨੇਕ ਯਤਨ ਕਰ ਹਿਰਦੈ ਰੱਖਿਆ। ਜਿਹੜੇ ਰੱਬ ਦੇ ਪਿਆਰੇ ਨੇ, ਉਸ ਨਾਮ ਦੇ ਹੀਰੇ ਨੂੰ, ਉਹਦੀ ਯਾਦ ਦੇ ਹੀਰੇ ਨੂੰ ਅੰਦਰ ਛੁਪਾ ਕੇ ਰੱਖਣਾ ਤਾਂ ਚਾਹੁੰਦੇ ਨੇ। ਅਨੇਕ ਯਤਨ ਕਰ ਹਿਰਦੈ ਰੱਖਿਆ, ਪਰ ਉਹਦਾ ਇੱਕ ਗੁਣ ਹੈ ਰਤਨ ਨਾ ਛਪੈ ਛੁਪਾਇਆ, ਉਹ ਲੁਕਾਇਆ ਲੁਕਦਾ ਨਹੀਂ। ਹੁਣ ਇਹਦੇ ਵਿੱਚ ਫਰਕ ਹੈ, ਮੈਂ ਇੱਥੇ ਬੇਨਤੀ ਕਰਾਂਗਾ। ਕਈ ਵਾਰੀ ਇਹ ਲੱਛਣ ਸੁਣ ਕੇ ਅਸੀਂ ਉਸ ਤਰ੍ਹਾਂ ਦਾ ਚਿਹਰਾ ਆਪ ਬਣਾਉਣ ਲੱਗ ਪੈਂਦੇ ਹਾਂ ਵੀ ਇਹ ਲੱਛਣ ਨੇ ਪਰਮਾਤਮਾ ਦੇ। ਉਹਦੇ ਵਿੱਚ ਇੱਕ ਨੁਕਸ ਹੋ ਜਾਏਗਾ। ਅਸਲ ਵਿੱਚ ਇਹ ਲੱਛਣ ਆਪਣੇ ਆਪ ਪ੍ਰਗਟ ਹੋਣ ਤਾਂ ਹੀ ਓਰੀਜਨਲ ਹੈ, ਤਾਂ ਉਹ ਅਸਲੀ ਨੇ। ਨਹੀਂ ਤੇ ਮਨੁੱਖ ਕਲਪਿਤ ਕਰ ਸਕਦਾ ਹੈ ਨਾ, ਸਰੀਰ ਤੇ ਬਣਾ ਸਕਦਾ ਮੁਦਰਾ ਉਸ ਤਰ੍ਹਾਂ, ਪਰ ਪਰਮਾਤਮਾ ਦਾ ਬਣਾਈ ਹੋਈ ਮੁਦਰਾ ਨਾਲ ਕੋਈ ਸੰਬੰਧ ਨਹੀਂ ਹੈ। ਉਹ ਤੇ ਅੰਦਰੋਂ ਹੀ ਪੈਦਾ ਹੋਵੇ ਤਾਂ ਉਹਦਾ ਕੋਈ ਅਰਥ ਨਿਕਲਦੇ ਨੇ। ਤਾਂ ਕਹਿੰਦੇ ਅਨੇਕ ਯਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛੁਪਾਇਆ, ਹਰ ਗੁਣ ਕਹਤੇ ਕਹਿਣ ਨਾ ਜਾਈ। ਉਹਦੀ ਇੱਕ ਨਿਸ਼ਾਨੀ ਹੋਰ ਹੈ। ਫਿਰ ਜਿਹੜਾ ਉਸ ਆਨੰਦ ਵਿੱਚ ਜਿਹਦੀ ਬ੍ਰਹਮ ਗਿਆਨੀ ਦੀ ਦਸ਼ਾ ਕਹਿ ਰਹੇ ਨੇ, ਉਹ ਕਈ ਵਾਰੀ ਸੋਚਦਾ ਵੀ ਇਹਨੂੰ ਕੁਝ ਨਾ ਕੁਝ ਪਰਿਭਾਸ਼ਾ ਦਿਆਂ, ਇਹਦੇ ਕੋਈ ਸੈਂਟੈਂਸ, ਕੋਈ ਇਹਦੀ ਬੋਲ ਕੇ ਦੱਸਾਂ ਕੀ ਹੈ। ਪਰ ਜਦੋਂ ਕਹਿਣ ਲੱਗਦਾ ਹੈ, ਕਹਿਣ ਤੋਂ ਬਾਹਰ ਹੈ ਉਹ, ਉਹਦੀ ਵਿਆਖਿਆ ਨਹੀਂ ਹੋ ਸਕਦੀ। ਹਰ ਗੁਣ ਕਹਤੇ ਕਹਿਣ ਨਾ ਜਾਈ, ਜੈਸੇ ਗੁੰਗੇ ਕੀ ਮਠਿਆਈ। ਜਿਵੇਂ ਗੁੰਗੇ ਨੇ ਮਠਿਆਈ ਖਾਧੀ ਹੋਵੇ ਤੇ ਉਹਦੇ ਅਰਥ ਨਹੀਂ ਉਹ ਕਰ ਸਕਦਾ। ਫਿਰ ਅੱਗੇ ਉਹਨਾਂ ਨੇ ਇਹ ਉਦਾਹਰਨ ਦਿੱਤੇ, ਰਸਨਾ ਰਮਤ। ਇਹ ਨਿਸ਼ਾਨੀ ਹੈ ਬ੍ਰਹਮ ਗਿਆਨ ਦੀ, ਉਹਦੇ ਅੰਦਰ ਪ੍ਰਗਟ ਹੋਇਆ। ਉਹਦੀ ਰਸਨਾ ਇੱਕ ਸਵਾਦ ਵਿੱਚ ਅੰਦਰ ਮਸਤ ਰਹਿੰਦੀ। ਰਸਨਾ ਰਮਤ ਸੁਣਤ ਸੁਖ ਸਰਵਣਾ। ਤੇ ਬਾਹਰੋਂ ਜਿਹੜਾ ਵੀ ਸੁਰ ਸੰਗੀਤ ਉਹਨੂੰ ਸੁਣਦਾ ਹੈ, ਭਾਵੇਂ ਪੰਛੀ ਬੋਲਦਾ ਹੈ, ਭਾਵੇਂ ਕੋਈ ਕੁੱਤਾ ਭੌਂਕਦਾ ਹੈ, ਭਾਵੇਂ ਪੱਖਾ ਚੱਲਦਾ ਹੈ, ਉਹ ਹਰ ਇੱਕ ਆਵਾਜ਼ ਵਿੱਚੋਂ ਪਰਮਾਤਮਾ ਦੀ ਧੁਨੀ ਨੂੰ ਪਕੜਨ ਲੱਗ ਪੈਂਦਾ ਹੈ। ਰਸਨਾ ਰਮਤ ਸੁਣਤ ਸੁਖ ਸਰਵਣਾ, ਚਿਤ ਚੇਤੇ ਸੁਖ ਹੋਈ। ਇਹ ਲੱਛਣ ਉਹਦੇ ਆਪਣੇ ਗੁਪਤ ਨੇ, ਉਹ ਜੋ ਅੰਦਰੋਂ ਵੇਖ ਰਿਹਾ ਹੈ। ਪਰ ਅਗਲਾ ਜਿਹੜਾ ਲੱਛਣ ਉਹ ਭੀਖਣ ਜੀ ਕਹਿੰਦੇ ਨੇ ਬਾਹਰ ਪ੍ਰਗਟ ਹੋ ਜਾਂਦਾ ਹੈ। ਕਹੋ ਭੀਖਣ ਦੋਏ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ। ਉਹਦੇ ਜਿਹੜੇ ਨੇਤਰ ਨੇ ਸੰਤੋਖ ਯਾਨੀ ਕਿ ਤ੍ਰਿਪਤ ਹੋ ਜਾਂਦੇ, ਰੱਜ ਜਾਂਦੇ ਨੇ। ਇਹ ਸਾਰੇ ਲੱਛਣ ਨੇ। ਗੁਰਬਾਣੀ ਵਿੱਚ ਅਨੇਕਾਂ ਹੀ ਸ਼ਬਦ ਇਸ ਬ੍ਰਹਮ ਗਿਆਨ ਦੀ ਦਸ਼ਾ ਦੇ ਉਚਾਰੇ ਗਏ ਨੇ, ਤਾਂ ਕਿ ਕੋਈ ਧਾਰਮਿਕ ਜਗਤ ਵਿੱਚ ਤੁਰਨ ਵਾਲਾ ਵਿਅਕਤੀ ਕਿਤੇ ਭੁਲੇਖੇ ਵਿੱਚ ਕਲਪਨਾ ਕਰਕੇ ਆਪਣੇ ਆਪ ਨੂੰ ਬ੍ਰਹਮ ਗਿਆਨੀ, ਭਗਤ, ਸੰਤ, ਗੁਰਮੁਖ ਜਾਂ ਬਹੁਤ ਵੱਡਾ ਸਿੱਖ ਨਾ ਸਮਝ ਪਵੇ।
ਜਿੰਨਾ ਚਿਰ ਇਹ ਚੀਜ਼ਾਂ ਉਹਦੇ ਵਿੱਚ ਨਹੀਂ ਆਉਂਦੀਆਂ ਉਹਨਾਂ ਚਿਰ ਉਹ ਬ੍ਰਹਮ ਗਿਆਨੀ ਜਾਂ ਗੁਰਮੁਖ ਦੀ ਪਦਵੀ ਤੱਕ ਨਹੀਂ ਗਿਆ। ਸਭ ਤੋਂ ਪਹਿਲਾ ਲਕਸ਼ਣ ਮੈਂ, ਕਿਉਂਕਿ ਲੰਬਾ ਸ਼ਬਦ ਹੁੰਦਾ ਹੈ, ਇਹਦੇ ਅਰਥ ਕਰਨ ਦਾ ਯਤਨ ਕਰਾਂਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਮਨ ਸਾਚਾ, ਉਹਦੇ ਮਨ ਦੇ ਵਿੱਚ ਨਿਰੰਤਰ ਇੱਕ ਰਸ ਸੱਚੇ ਦੀ ਆਵਾਜ਼ ਆਉਂਦੀ ਰਹਿੰਦੀ ਹੈ। ਉਹਦੇ ਮਨ ਵਿੱਚੋਂ ਹੋਰ ਕੁਝ ਨਿਕਲਦਾ ਨਹੀਂ। ਇਹ ਪਹਿਲਾ ਲੱਛਣ। ਉਹਦੇ ਵਿੱਚੋਂ ਹੋਰ ਖਿਆਲ ਬੰਦ ਹੋ ਜਾਂਦੇ, ਕੋਈ ਖਿਆਲ ਨਹੀਂ ਆਉਂਦਾ। ਮਨ ਸਾਚਾ, ਮਨ ਦੇ ਵਿੱਚ ਇੱਕ ਸੱਚ ਰੂਪ ਉਹਦੀ ਯਾਦ ਟਿਕੀ ਰਹਿੰਦੀ ਹੈ। ਹੁਣ ਇੱਥੇ ਸਾਚੇ ਦਾ ਅਰਥ ਜਦੋਂ ਕਹਿੰਦੇ ਨਾ, ਸੱਚ ਆਦ ਸੱਚ ਜੁਗਾਦ ਸੱਚ, ਇਹ ਉਹ ਅਰਥ ਨੇ। ਹੁਣ ਇਹ ਸੱਚ ਜਿਹੜਾ, ਇਹਦਾ ਕੋਈ ਆਕਾਰ ਨਹੀਂ, ਇਹਦੇ ਕੋਈ ਅੱਖਰ ਨਹੀਂ। ਜਪਿਆ ਗੁਰਮੁਖ ਨੇ ਨਾਮ ਹੈ, ਪਰ ਨਾਮ ਸਹਿਜੇ ਸਹਿਜੇ ਇੱਕ ਸਰੂਪ ਧਾਰਨ ਕਰ ਗਿਆ ਸੱਚ ਦਾ। ਇਹ ਵੀ ਅੱਖਰ ਨੇ ਸੱਚ। ਇਹ ਉਹਦੀ ਇੱਕ ਹੋਂਦ ਦਾ ਪ੍ਰਗਟਾਵਾ ਕੀਤਾ ਗਿਆ ਕਿ ਉਹਦੇ ਮਨ ਦੇ ਵਿੱਚ ਨਿਰੰਤਰ ਇੱਕ ਚਾਨਣ ਸਵਰੂਪ, ਨਿਰੰਤਰ ਇੱਕ ਧੁਨੀ ਬਣ ਕੇ ਨਾਮ ਟਿਕ ਜਾਂਦਾ ਹੈ। ਮਨ ਦੇ ਵਿੱਚ ਸੱਚੇ ਦੀ ਯਾਦ ਬਣੀ ਰਹਿੰਦੀ। ਸਾਹਿਬ ਕਹਿੰਦੇ, ਮਨ ਸਾਚਾ ਮੁਖ ਸਾਚਾ ਸੋਏ। ਉਹਦੇ ਮੂੰਹ ਦੇ ਵਿੱਚ, ਉਹਦੇ ਸ਼ਬਦਾਂ ਦੇ ਵਿੱਚ ਵੀ ਸੱਚੇ ਦੀ ਯਾਦ ਬਣੀ ਰਹਿੰਦੀ। ਭਾਵੇਂ ਸੰਸਾਰ ਦੀ ਭਾਸ਼ਾ ਵੀ ਬੋਲੇ ਪਿਆ, ਗੱਲ ਉਹ ਸੰਸਾਰ ਦੀ ਕਰਦਾ ਹੈ, ਉਹਦੇ ਬਾਹਰੀ ਅਰਥ ਸੰਸਾਰਿਕ ਨੇ, ਪਰ ਉਹ ਜਿਹੜਾ ਅੰਦਰ ਜੁੜਿਆ ਹੋਇਆ, ਉਹਦੇ ਸ਼ਬਦਾਂ ਦੇ ਵਿੱਚ ਪਰਮਾਤਮਾ ਦੀ ਖਬਰ ਮਿਲੇਗੀ। ਉਹਦੇ ਸ਼ਬਦਾਂ ਦੇ ਵਿੱਚੋਂ ਭਾਵੇਂ ਉਹ ਸੰਸਾਰ ਦੀ ਗੱਲ ਕਰੇਗਾ। ਇਹ ਫਰਕ ਹੈ ਭਗਤ ਵਿੱਚ ਤੇ ਸੰਸਾਰੀ ਵਿੱਚ। ਸੰਸਾਰੀ ਪਰਮਾਤਮਾ ਦੀ ਗੱਲ ਕਰੇਗਾ ਤੇ ਸਾਧ ਸੰਗਤ ਉਹਦੇ ਸ਼ਬਦਾਂ ਦੇ ਨਾਲ ਸੰਸਾਰ ਚੇਤੇ ਆਵੇਗਾ। ਨਿਸ਼ਾਨੀ ਅੰਦਰੋਂ ਜੜ ਕਿੱਥੇ ਜੁੜੀ ਹੋਈ ਉਹਦੀ, ਕਿਉਂਕਿ ਅੰਦਰਲਾ ਜਿੱਥੇ ਜੁੜਿਆ ਹੈ ਆਦਮੀ ਵਿੱਚੋਂ ਉਹ ਬਾਹਰ ਪ੍ਰਗਟ ਹੋ ਜਾਏਗਾ। ਉਹਦੀ ਅੰਦਰ ਦੀ ਭਾਸ਼ਾ ਜਿਹੜੀ ਬਾਹਰ, ਭਾਵੇਂ ਉਹ ਧਰਮ ਦੀ ਗੱਲ ਕਰੇ, ਪਰ ਉਹਦੇ ਵਿੱਚ ਉਹ ਸੰਸਾਰ ਦੀ ਗੱਲ ਪ੍ਰਗਟ ਹੋ ਜਾਏਗੀ ਥੋੜੇ ਚਿਰ ਬਾਅਦ। ਬਨੌਟੀ ਹੈ ਨਾ ਕਈ ਕੁਝ। ਸੱਚ ਤਾਂ ਇਹ ਹੈ, ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਓ। ਅਸੀਂ ਮੂੰਹ ਤੋਂ ਬੋਲਨੇ ਆ, ਚੰਗੀ ਗੱਲ ਹੈ, ਬੋਲਣਾ ਚਾਹੀਦਾ, ਪਰ ਜਿਹੜੀ ਚੀਜ਼ ਅੰਦਰ ਹੋਵੇਗੀ ਨਾ, ਤੁਸੀਂ ਕਦੀ ਵੇਖੋ ਅਸੀਂ ਬੋਲਾਂਗੇ, ਭਾਵੇਂ ਵਿਸ਼ੇ ਕਿਹੜੇ ਤੇ ਬੋਲੀਏ, ਅਧਿਆਤਮ ਬੋਲਣ ਦਾ ਯਤਨ ਕਰਾਂਗੇ, ਜਾਂ ਅਸੀਂ ਬੋਲਾਂਗੇ ਸਮਾਜ ਤੇ ਬੋਲਣਾ, ਜਾਂ ਬੋਲਣਾ ਨਸ਼ਿਆਂ ਤੇ ਕੁਰੀਤੀਆਂ ਤੇ, ਪਰ ਜਿਹੜੇ ਬੰਦੇ ਬੋਲਣ ਵਾਲੇ ਦੀ ਜਿੱਥੇ ਰੁਚੀ ਖੜੀ ਹੈ ਨਾ, ਉਹ ਥੋੜਾ ਚਿਰ ਇੱਧਰ ਉੱਧਰ ਜ਼ੋਰ ਲਾ ਕੇ ਬੋਲੇਗਾ, ਪਰ ਜਿਹੜੀ ਉਹਦੀ ਆਪਣੀ ਧੁਨ ਹੈ, ਅਖੀਰ ਨੂੰ ਉਹਦੀ ਸੂਈ ਘੁੰਮ ਕੇ ਉਸ ਥਾਂ ਤੇ ਫਿਰ ਆ ਜਾਏਗੀ। ਇਸ ਕਰਕੇ ਕਹਿੰਦੇ, ਮਨ ਸਾਚਾ ਮੁਖ ਸਾਚਾ ਸੋਏ। ਤੇ ਇੱਕ ਉਹਦਾ ਲੱਛਣ ਹੋਰ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਅਵਰ ਨਾ ਪੇਖੈ ਏਕਸ ਬਿਨ ਕੋਏ। ਅਵਰ ਨਾ ਪੇਖੈ, ਉਹਨੂੰ ਇੱਕ ਸਮਦ੍ਰਿਸ਼ਟੀ ਦੀ ਦਾਤ ਪ੍ਰਾਪਤ ਹੋ ਗਈ। ਸਮਦ੍ਰਿਸ਼ਟੀ ਕਿਸ ਨੂੰ ਕਹਿੰਦੇ ਨੇ? ਉਹਦੀ ਦ੍ਰਿਸ਼ਟੀ ਵਿੱਚ ਦੂਜਾ ਨਜ਼ਰ ਹੀ ਕੋਈ ਨਹੀਂ ਆਉਂਦਾ, ਜਿੱਧਰ ਵੇਖਦਾ ਹੈ। ਇਹ ਵੀ ਦੋ ਤਰ੍ਹਾਂ ਦਾ ਹੈ, ਕਿਉਂਕਿ ਮੈਂ ਨਾਲੋਂ ਨਾਲ ਇਹਦੀ ਗੱਲ ਕਰਦਾ ਜਾਵਾਂ। ਹਰ ਇੱਕ ਚੀਜ਼ ਦਾ ਇੱਕ ਨਕਲੀ ਰੂਪ ਬਣਾਇਆ ਹੋਇਆ ਹੈ, ਇੱਕ ਉਹ ਅੰਦਰੋਂ ਉਪਜਿਆ ਹੈ। ਦੋ ਚੀਜ਼ਾਂ ਨੇ। ਲੱਗਦਾ ਕਈ ਵਾਰੀ ਇੱਕੋ ਜਿਹਾ ਹੈ, ਬਿਲਕੁਲ ਉਸੇ ਤਰ੍ਹਾਂ ਲੱਗਦਾ। ਤੁਸੀਂ ਵੇਖੋਗੇ ਫੁੱਲ ਖਿੜੇ ਨੇ ਤੇ ਭੁਲੇਖਾ ਪਏਗਾ ਵੀ ਅਸਲੀ ਇਹਨਾਂ ਦੀ ਜੜ ਜ਼ਮੀਨ ਵਿੱਚ ਲੱਗੀ ਹੈ, ਪਰ ਇਹ ਅਸਲੀ ਨਹੀਂ, ਇਹ ਬਣਾਏ ਹੋਏ ਨੇ, ਰਬੜ ਦੇ ਨੇ। ਫਰਕ ਬੜਾ। ਇਸੇ ਤਰ੍ਹਾਂ ਗਿਆਨ ਵੀ ਰਬੜ ਦਾ ਹੋ ਸਕਦਾ ਹੈ। ਇੱਕ ਗਿਆਨ ਉਗਾਇਆ ਜਾਂਦਾ ਹੈ, ਆਪਣੇ ਜੀਵਨ ਦੀ ਜ਼ਮੀਨ ਵਿੱਚੋਂ ਉਗਾਇਆ ਜਾਂਦਾ, ਉਹਦੇ ਵਿੱਚੋਂ ਰਸ, ਉਹਦੇ ਵਿੱਚੋਂ ਆਨੰਦ ਆਉਂਦਾ, ਭਾਵੇਂ ਉਹਦੇ ਬੂਟੇ ਸਿੱਧੇ ਹੋਣ ਪੁੱਠੇ ਹੋਣ, ਜਿਵੇਂ ਦੇ ਮਰਜ਼ੀ। ਪਰ ਇੱਕ ਜਿਹੜਾ ਗਿਆਨ ਹੈ ਉਹ ਸਾਧ ਸੰਗਤ ਬਾਜ਼ਾਰੀ ਹੈ, ਕਿਤੋਂ ਲਿਆ ਗਿਆ, ਖਿੱਚ ਕੇ ਲਿਆ ਗਿਆ, ਉਹ ਰਬੜ ਦੇ ਬੂਟਿਆਂ ਵਰਗਾ। ਪਰ ਇਹਦਾ ਖਿਆਲ ਰੱਖਣਾ, ਭਾਵੇਂ ਰਬੜ ਦੀ ਰੋਟੀ ਪਈ ਹੋਵੇ ਬੜੀ ਸੋਹਣੀ, ਬਿਲਕੁਲ ਗੋਲ ਹੈ, ਵੇਖਿਆ ਲੱਗਦਾ ਵੀ ਇਸ ਤਰ੍ਹਾਂ ਦੀ ਰੋਟੀ ਕਦੀ ਕੋਈ ਪਕਾ ਨਹੀਂ ਸਕੇਗਾ, ਪਰ ਰਬੜ ਦੀ ਰੋਟੀ ਜਿਹੜੀ ਕਦੀ ਕਿਸੇ ਨੂੰ ਤ੍ਰਿਪਤ ਨਹੀਂ ਕਰਦੀ। ਦੂਸਰਾ ਪ੍ਰਸ਼ਾਦਾ ਜਿਹੜਾ ਭਾਵੇਂ ਕੱਚਾ ਵੀ ਰਹਿ ਜਾ ਥੋੜਾ ਜਿਹਾ, ਬਿਲਕੁਲ ਸਾਫ਼ ਨਹੀਂ, ਗੋਲ ਨਹੀਂ, ਪੱਕੀ ਕੱਚੀ ਪੱਕੀ ਹੈ, ਪਰ ਉਹ ਜਿਸ ਬੰਦੇ ਦੇ ਮੂੰਹ ਵਿੱਚ ਜਾਏਗੀ ਉਹਨੂੰ ਸਾਧ ਸੰਗਤ ਦੀ ਕੁਝ ਨਾ ਕੁਝ ਤ੍ਰਿਪਤੀ ਮਿਲੇਗੀ। ਇਸੇ ਤਰ੍ਹਾਂ ਧਰਮ ਵੀ ਦੋ ਤਰ੍ਹਾਂ ਦਾ ਜੇ। ਇੱਕ ਧਰਮ ਹੈ ਬਾਹਰੋਂ ਬਣਾਇਆ ਹੋਇਆ, ਇੱਕ ਧਰਮ ਹੈ ਕਮਾ ਕੇ ਆਪਣੇ ਵਿੱਚ ਉਹਨੂੰ ਜਨਮ ਦਿੱਤਾ ਜਾਂਦਾ ਹੈ। ਦੋਵਾਂ ਵਿੱਚ ਫਰਕ ਬੜਾ ਹੈ। ਇਸ ਕਰਕੇ ਇਹ ਕਮਰਸ਼ੀਅਲ ਨਹੀਂ। ਧਰਮ ਜਿਹੜਾ ਹੈ ਜੀਵਨ ਦੇ ਵਿੱਚੋਂ
ਇਹਨੂੰ ਜੇ ਕੋਈ ਉਗਾਏ ਤਾਂ ਉਹਦੇ ਜੀਵਨ ਦੇ ਵਿੱਚ ਕੀ ਵਾਪਰਦਾ ਹੈ, ਇਹ ਵੇਖਣਾ ਵੀ ਦੋ ਤਰ੍ਹਾਂ ਦਾ। ਇੱਕ ਅਸੀਂ ਸਮਝੀਏ ਸਾਰੇ ਰੱਬ ਦਾ ਰੂਪ ਨੇ, ਪਰ ਇੱਕ ਜਦੋਂ ਸਾਡੇ ਅੰਦਰ ਦੀ ਦ੍ਰਿਸ਼ਟੀ ਬਦਲ ਜਾਏਗੀ ਕੋਈ ਬਿਗਾਨਾ ਦਿਸੇਗਾ ਨਹੀਂ। ਇਹ ਉਹ ਦਸ਼ਾ ਹੈ ਜਿਹਨੂੰ ਸਾਹਿਬ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਸ ਤਰ੍ਹਾਂ ਦੀ ਦਸ਼ਾ ਵਿੱਚ ਗਿਆ ਹੋਇਆ ਆਦਮੀ ਇਉਂ ਕਹੋ ਸੰਸਾਰੀਆਂ ਵਾਸਤੇ ਇੱਕ ਪ੍ਰੋਬਲਮ ਵਿੱਚ, ਮੁਸੀਬਤ ਵਿੱਚ ਆ ਜਾਂਦਾ। ਉਹ ਕਿਹੜੀ ਹੈ? ਕਿਉਂਕਿ ਸੰਸਾਰ ਤੇ ਗਰੁੱਪ ਵਿੱਚ ਜਿਉਂਦਾ ਹੈ ਨਾ, ਧੜਿਆਂ ਵਿੱਚ ਜਿਉਂਦਾ ਹੈ। ਬੰਦੇ ਦਾ ਜੀਵਨ ਧੜਿਆਂ ਕਰਕੇ ਉਹ ਚੁਣਦਾ ਮੈਂ ਕਿਹੜੇ ਪਾਸਿਓਂ ਆ। ਆਦਮੀ ਵਿੱਚ ਇਸ ਲਈ ਸਿਆਣਿਆਂ ਨੇ ਕਿਹਾ ਹੈ ਕਿ ਗਧਾ ਤੇ ਉਹ ਆਦਮੀ ਇੱਕੋ ਜਿਹੇ ਨੇ ਜਿਹੜੇ ਗਰੁੱਪ ਤੋਂ ਬਿਨਾਂ, ਸਾਈਡ ਤੋਂ ਬਿਨਾਂ ਜਿਉ ਨਹੀਂ ਸਕਦੇ। ਤੁਸੀਂ ਕਦੀ ਵੇਖੋਗੇ ਪਹਾੜਾਂ ਵਿੱਚ ਜਾਂਦੇ ਹੋ, ਹੇਮਕੁੰਡ ਸਾਹਿਬ ਜਾਵਾਂਗੇ, ਉੱਥੇ ਜਿਹੜੇ ਗਧੇ ਨੇ, ਜਿਹੜੀਆਂ ਖੱਚਰਾਂ ਨੇ, ਉਹ ਆਪਣੀ ਸਾਈਡ ਨਹੀਂ ਛੱਡਣਗੀਆਂ। ਉਹਨਾਂ ਨੇ ਆਪਣੀ ਸਾਈਡ ਤੇ ਰਹਿਣਾ, ਪਾਸਾ ਚੁਣਿਆ, ਇੱਧਰ ਉੱਧਰ ਨਹੀਂ ਹੋਣਗੇ। ਪਰ ਇੱਥੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਗਰੁੱਪ ਵਿੱਚ ਨਹੀਂ ਜੀ ਸਕਦਾ। ਅਸੀਂ ਤੇ ਗਰੁੱਪ ਤੋਂ ਬਿਨਾਂ ਜੀ ਨਹੀਂ ਸਕਦੇ। ਸਾਨੂੰ ਤੇ ਇੱਕ ਧੜਾ ਚਾਹੀਦਾ ਹੈ। ਧੜੇ ਤੋਂ ਬਿਨਾਂ ਅਸੀਂ ਰਹਿੰਦੇ ਨਹੀਂ। ਅਸੀਂ ਕਿਹੜੇ ਧੜੇ ਵਿੱਚ? ਹੋਰ ਕਿਤੇ ਨਾ ਮਿਲੇ ਤੇ ਪਰਿਵਾਰ ਵਿੱਚ 4-5 ਜੀ ਹੁੰਦੇ ਨੇ, ਅਸੀਂ ਅੱਧਾ ਅੱਧਾ ਧੜਾ ਕਰ ਲੈਂਦੇ ਹਾਂ ਵੀ ਕਿਵੇਂ ਥੋੜ੍ਹਾ ਜਿਹਾ ਕੰਪੀਟੀਸ਼ਨ, ਮੁਕਾਬਲਾ ਚੱਲੇ ਜੀਵਨ ਵਿੱਚ, ਤਾਂ ਅਸੀਂ ਜਿਉਂਦੇ ਹਾਂ। ਇੱਥੋਂ ਤੱਕ ਤੁਸੀਂ ਵੇਖਣਾ ਸਾਡੇ ਮਨ ਦਾ ਸੁਭਾਅ ਹੈ ਵੀ ਟੀਵੀ ਦੇ ਉੱਤੇ ਦੋ ਪਹਿਲਵਾਨ ਘੁਲਦੇ ਹੋਣ, ਪਤਾ ਨਹੀਂ ਉਹ ਕੌਣ ਨੇ, ਉਹ ਘੁਲੀ ਜਾਂਦੇ ਨੇ, ਅਸੀਂ ਉਹਨੂੰ ਵੇਖਦੇ ਹਾਂ। ਨਾ ਉਹਨਾਂ ਵਿੱਚੋਂ ਸਾਡਾ ਕੋਈ ਰਿਸ਼ਤੇਦਾਰ ਹੈ, ਨਾ ਭਰਾ ਹੈ, ਪਰ ਤੁਸੀਂ ਵੇਖਿਆ ਜੇ ਮਨ ਉਹਨਾਂ ਵਿੱਚੋਂ ਇੱਕ ਨੂੰ ਚੁਣ ਲਏਗਾ ਵੀ ਇਹ ਜਿੱਤਣਾ ਚਾਹੀਦਾ, ਔਰ ਜ਼ੋਰ ਲਾਏਗਾ ਮਨ ਉਹਦੇ ਵਾਸਤੇ। ਅੰਦਰੋਂ ਉਹਦੀ ਇੱਛਾ ਹੋਵੇਗੀ ਕਿ ਇਹ ਜਿੱਤੇ। ਇਹਦਾ ਕੀ ਕਾਰਨ ਹੈ? ਸੁਭਾਅ ਸ਼ੁਰੂ ਤੋਂ ਗਰੁੱਪਾਂ ਵਿੱਚ ਰਿਹਾ ਹੈ, ਵੰਡਿਆ ਹੋਇਆ, ਧੜਿਆਂ ਵਿੱਚ, ਮੁਕਾਬਲੇ ਵਿੱਚ, ਖਿੱਚਾ ਖਿਚਾਈ ਵਿੱਚ ਜੀਣਾ। ਪਰ ਉਸ ਬੰਦੇ ਦੀ ਇੱਕ ਕਹਿ ਲਓ ਵੀ ਮੁਸੀਬਤ ਆ ਜਾਂਦੀ ਹੈ ਵੀ ਉਹ ਕਿਸੇ ਧੜੇ ਨੂੰ ਨਹੀਂ ਪਕੜਦਾ, ਬੇਪਰਵਾਹ ਹੈ, ਨਿਧੜ ਰਹਿੰਦਾ ਹੈ। ਇਸ ਕਰਕੇ ਜਿਹਨੂੰ ਕਹਿੰਦਾ ਨਿਧੜਕ, ਇੱਕ ਸ਼ਬਦ ਵਰਤਿਆ ਜਾਂਦਾ, ਫਲਾਣਾ ਬੰਦਾ ਨਿਧੜਕ ਬੜਾ ਹੈ, ਇਹਦੇ ਅਰਥ ਦੁਨੀਆ ਵਿੱਚ ਸਹੀ ਨਹੀਂ ਕੱਢੇ ਗਏ। ਨਿਧੜਕ ਦੇ ਅਰਥ ਕੱਢੇ ਨੇ ਬੇਵਕੂਫ ਇੱਥੇ ਦੁਨੀਆ ਨੇ। ਕਹਿੰਦੇ ਜਿਹੜਾ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ ਉਹਨੂੰ ਨਿਧੜਕ ਕਹਿੰਦੇ ਨੇ। ਇਹ ਨਹੀਂ ਇਹਦੇ ਅਰਥ। ਨਿਧੜਕ ਦੇ ਅਰਥ ਨੇ ਜਿਹੜਾ ਧੜੇ ਤੋਂ ਬਿਨਾਂ ਜਿਉਂਦਾ ਹੈ, ਨਿਊਟਰਲ ਹੋ ਜਾਂਦਾ, ਬੇਪਰਵਾਹ ਹੋ ਜਾਂਦਾ, ਖਾਲੀ ਹੋ ਜਾਂਦਾ, ਉਹਨੂੰ ਕੋਈ ਪਰਵਾਹ ਨਹੀਂ, ਭਾਵੇਂ ਆਪਣਾ ਆ ਜਾਏ ਬੇਗਾਨਾ, ਸਾਰਿਆਂ ਨਾਲ ਇੱਕੋ ਜਿਹਾ ਵਰਤੇਗਾ, ਨਾ ਉਹਦਾ ਕੋਈ ਦੁਸ਼ਮਣ ਨਾ ਮਿੱਤਰ। ਇਹ ਉਹ ਦਸ਼ਾ ਹੈ ਬ੍ਰਹਮ ਗਿਆਨੀ ਦੀ, ਜਿਹੜਾ ਕਿਸੇ ਦਾ ਪੱਖਪਾਤੀ ਨਹੀਂ, ਉਹ ਸਿਰਫ ਇੱਕ ਰਸਤੇ ਤੇ ਤੁਰਨ ਵਾਲੀ ਸ਼ਖਸੀਅਤ ਹੈ। ਉਸ ਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਹੈ ਲੱਛਣ ਬ੍ਰਹਮ ਗਿਆਨੀ ਦਾ। ਇਸ ਤਰ੍ਹਾਂ ਦਾ ਬ੍ਰਹਮ ਗਿਆਨੀ ਹੁੰਦਾ। ਹੁਣ ਇਹ ਸਾਰੀ ਅਸ਼ਟਪਦੀ ਜਿੱਥੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਇਹ ਲੱਛਣ, ਇਹਦਾ ਮਤਲਬ ਇਸ ਅਸ਼ਟਪਦੀ ਵਿੱਚ ਜਿੰਨੇ ਲੱਛਣ ਦੱਸੇ ਗਏ ਨੇ, ਇਹ ਸਾਰੇ ਦੇ ਸਾਰੇ ਲੱਛਣ, ਸਾਰੇ ਸੁਭਾਵ ਬ੍ਰਹਮ ਗਿਆਨੀ ਦੇ ਹਨ। ਇਹਨਾਂ ਨੂੰ ਜਾਣ ਲੈਣਾ ਅਤ ਜ਼ਰੂਰੀ ਹੈ, ਕਿਉਂਕਿ ਇਹਨਾਂ ਨੂੰ ਜਾਣਨ ਦੇ ਨਾਲ ਸਾਡੇ ਅੰਦਰ ਉਹ ਸੂਤਰ ਖੁੱਲ੍ਹਣਗੇ, ਉਹ ਰਸਤੇ ਖੁੱਲ੍ਹਣਗੇ ਜਿਨ੍ਹਾਂ 'ਤੇ ਅਸੀਂ ਸਫ਼ਰ ਕਰ ਸਕਦੇ ਹਾਂ। ਸਾਨੂੰ ਆਪਣੀ ਮੰਜ਼ਿਲ ਦਾ ਪਤਾ ਲੱਗ ਸਕਦਾ ਵੀ ਅਸੀਂ ਕਿਹੜੀ ਥਾਂ 'ਤੇ ਜਾਣਾ, ਕਿੱਥੇ ਪਹੁੰਚਣਾ ਹੈ। ਅੱਗੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਰੀ ਇਸ ਅਸ਼ਟਪਦੀ ਦੇ ਅੰਦਰ ਬ੍ਰਹਮ ਗਿਆਨੀ ਦੇ ਜਿਹੜੇ ਲੱਛਣ ਨੇ ਉਹ ਦੁਹਰਾਉਣਗੇ, ਔਰ ਜਿਉਂ-ਜਿਉਂ ਅਸੀਂ ਇਹਨਾਂ ਲੱਛਣਾਂ ਨੂੰ ਸੁਣਾਂਗੇ ਉਹਨਾਂ ਦੇ ਬੀਜ ਰੂਪ ਸਰੂਪ ਸਾਡੇ ਵਿੱਚ ਬਣ ਜਾਣਗੇ। ਧਿਆਨ ਦੇਣਾ, ਮੈਂ ਇੱਕ ਸ਼ਬਦ ਬੋਲਿਆ, ਬੀਜ ਰੂਪ ਸਵਰੂਪ। ਉਹ ਕੀ ਹੈ? ਇੱਕ ਸੂਖਸ਼ਮ ਸਾਡੇ ਵਿੱਚ ਥਾਂ ਬਣ ਜਾਏਗੀ, ਸਾਨੂੰ ਪਤਾ ਲੱਗ ਜਾਏਗਾ ਅਸੀਂ ਇੱਥੇ ਪਹੁੰਚਣਾ ਹੈ। ਜੋ ਇਹ ਲਿਖਿਆ, ਜੋ ਸਮਝਿਆ ਗਿਆ ਹੈ, ਉਹਦੇ ਛੋਟੇ ਛੋਟੇ ਸਾਡੇ ਵਿੱਚ ਕੇਂਦਰ ਬਣ ਜਾਣਗੇ ਜਿਨ੍ਹਾਂ ਦੇ ਉੱਤੇ ਅਸੀਂ ਕੰਮ ਕਰ ਸਕਨੇ ਹਾਂ, ਅਸੀਂ ਉੱਥੇ ਜਾਣ ਵਾਸਤੇ ਤੁਰ ਸਕਨੇ ਹਾਂ। ਤਾਂ ਇਹਦੇ ਵਿੱਚ ਸਾਰੇ ਲੱਛਣ ਨੇ।
ਫਿਰ ਸਤਿਗੁਰੂ ਇਹਦੇ ਵਿੱਚ ਬਚਨ ਕਹਿੰਦੇ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਦੀ ਉਦਾਹਰਨ ਦਿੱਤੀ, ਕਮਲ ਦੇ ਫੁੱਲ ਵਰਗਾ ਹੈ। ਉਹ ਕਮਲ ਦਾ ਫੁੱਲ ਨਹੀਂ, ਇਹ ਖਿਆਲ ਰੱਖਣਾ। ਮੈਂ ਸ਼ੁਰੂ ਵਿੱਚ ਕਹਿ ਦਿਆਂ, ਉਦਾਹਰਨ ਦੇ ਅਰਥ ਇਹ ਨਹੀਂ ਹੁੰਦੇ ਵੀ ਉਹ ਜਿਹੜੀ ਚੀਜ਼ ਦਾ ਉਦਾਹਰਨ ਦਿੱਤਾ ਜਾਏ ਉਹ ਹੀ ਹੈ, ਉਹ ਉਹਦੇ ਵਰਗਾ ਹੁੰਦਾ। ਖਿਆਲ ਕਰ, ਉਹਦੇ ਵਰਗਾ ਹੈ, ਫੁੱਲ ਵਰਗਾ ਹੈ। ਫੁੱਲ ਉਹ ਨਹੀਂ ਹੈ, ਉਹ ਫੁੱਲ ਵਰਗਾ ਹੈ। ਫੁੱਲ ਦੇ ਸੁਭਾਵ ਨੇ ਉਹਦੇ ਵਿੱਚ, ਫੁੱਲ ਦਾ ਗੁਣ ਹੈ ਉਹਦੇ ਵਿੱਚ। ਉਹ ਫੁੱਲ ਦਾ ਗੁਣ ਕੀ ਹੈ? ਨਿਰਲੇਪ ਰਹਿਣਾ। ਨਿਰਲੇਪਤਾ ਕੀ ਹੈ? ਉਹ ਕਮਲ ਦੇ ਫੁੱਲ ਵਰਗਾ ਇਸ ਤਰ੍ਹਾਂ ਹੈ ਕਿ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਉੱਗਦਾ, ਚਿੱਕੜ ਵਿੱਚ ਉੱਗਦਾ, ਤਾਂ ਫੁੱਲ ਦਾ ਇੱਕ ਹਿੱਸਾ ਚਿੱਕੜ ਵਿੱਚ ਹੈ, ਉਹਦੀ ਜੜ ਵਿੱਚ ਚਿੱਕੜ ਹੈ, ਪਰ ਜਿਹੜਾ ਉਹਦਾ ਸਿਰ ਹੈ ਉਹ ਪਾਣੀ ਤੋਂ, ਚਿੱਕੜ ਤੋਂ ਬਾਹਰ ਰਹਿੰਦਾ ਹੈ। ਜੜ ਚਿੱਕੜ ਵਿੱਚ, ਸਿਰ ਉਹਦਾ ਬਾਹਰ, ਪੈਰ ਉਹਦੇ ਚਿੱਕੜ ਵਿੱਚ, ਸਿਰ ਉਹਦਾ ਬਾਹਰ ਰਹਿੰਦਾ ਹੈ। ਔਰ ਉਹਦੇ ਵਿੱਚ ਇੱਕ ਇਹ ਗੁਣ ਹੈ, ਬ੍ਰਹਮ ਗਿਆਨੀ ਦਾ ਇੱਕ ਸਿਰਾ ਸੰਸਾਰ ਵਿੱਚ ਲੱਗਾ ਹੋਇਆ ਹੈ ਤੇ ਦੂਸਰਾ ਸਿਰਾ ਨਿਰੰਕਾਰ ਦੇ ਘਰ ਨਾਲ ਜੁੜਿਆ ਹੋਇਆ ਹੈ। ਉਹ ਪੁਲ ਹੈ। ਬ੍ਰਹਮ ਗਿਆਨੀ ਜੋ ਹੈ ਨਾ, ਪੁਲ ਵਰਗਾ ਹੈ। ਪੁਲ ਦਾ ਕੀ ਕੰਮ ਹੈ? ਪੁਲ ਦਾ ਕੰਮ ਹੈ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਰਾਹ ਬਣਾਉਣਾ। ਬ੍ਰਹਮ ਗਿਆਨੀ ਕੌਣ ਹੈ? ਜਿਹਦਾ ਇੱਕ ਸਿਰਾ ਸੰਸਾਰ ਨਾਲ ਜੁੜਿਆ, ਇੱਕ ਨਿਰੰਕਾਰ ਨਾਲ। ਜੇ ਕੋਈ ਉਹਦੀ ਸੰਗਤ ਕਰੇ ਤੇ ਸੰਸਾਰ ਤੋਂ ਨਿਰੰਕਾਰ ਦੀ ਯਾਤਰਾ ਸੌਖੀ ਹੋ ਜਾਂਦੀ ਹੈ। ਆਦਮੀ ਜਲਦੀ ਜਾ ਸਕਦਾ, ਸੌਖਾ ਜਾ ਸਕਦਾ, ਪੁਲ ਮਿਲ ਗਿਆ। ਉਹ ਇਹ ਗੁਣ ਹੈ ਉਹਦੇ ਵਿੱਚ ਕਿ ਉਹਦੀ ਜੜ ਚਿੱਕੜ ਵਿੱਚ। ਦੂਸਰਾ ਉਹਦਾ ਗੁਣ ਕਿਹੜਾ? ਦੂਸਰਾ ਫੁੱਲ ਦਾ ਇੱਕ ਗੁਣ ਹੈ ਕਿ ਉਹ ਚਿੱਕੜ ਦੇ ਵਿੱਚੋਂ ਸ਼ਕਤੀ ਖਿੱਚ ਕੇ ਤੇ ਉਸ ਚਿੱਕੜ ਦੇ ਵਿੱਚ ਜਿਹੜੀ ਬਦਬੂ ਹੈ ਉਹਨੂੰ ਆਪਣੇ ਰਾਹੀਂ ਸੁਗੰਧੀ ਵਿੱਚ ਬਦਲ ਦਿੰਦਾ ਹੈ। ਜਿੱਥੋਂ ਉਹ ਤਾਕਤ ਲੈਂਦਾ ਉੱਥੇ ਤੇ ਬਦਬੂ ਹੈ ਨਾ। ਤੁਸੀਂ ਵੇਖੋ ਕਿ ਬਾਹਰ ਫੁੱਲ ਲੱਗੇ ਨੇ ਗਮਲਿਆਂ ਵਿੱਚ, ਤੇ ਉਹਦੀ ਜੜ੍ਹਾਂ ਦੇ ਵਿੱਚ ਬਦਬੂ ਵਾਲੀ ਰੂੜੀ ਪਾਈ ਜਾਂਦੀ ਹੈ, ਉਹਦੇ ਵਿੱਚੋਂ ਬਦਬੂ ਆਉਂਦੀ ਹੈ। ਪਰ ਫੁੱਲ ਵਿੱਚ ਕੈਸੀ ਕਲਾ ਹੈ ਕਿ ਉਸ ਜੜ ਵਿੱਚੋਂ ਬਦਬੂ ਖਿੱਚ ਕੇ ਜਦੋਂ ਅਸੀਂ ਫੁੱਲ ਨੂੰ ਤੋੜਨੇ ਉਹਦੇ ਵਿੱਚੋਂ ਬਦਬੂ ਨਹੀਂ ਆਉਂਦੀ, ਉਹਦੇ ਵਿੱਚੋਂ ਸੁਗੰਧੀ ਆਉਂਦੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਸੰਸਾਰ ਦੇ ਲੋਕਾਂ ਦੇ ਵਿੱਚ ਜਿਹੜੇ ਔਗੁਣ ਹੁੰਦੇ ਨੇ ਉਹਨਾਂ ਨੂੰ ਚੂਸ ਲੈਂਦਾ ਹੈ ਤੇ ਉਹਨਾਂ ਦੇ ਜੀਵਨ ਨੂੰ ਸੁਗੰਧੀ ਵਿੱਚ ਬਦਲ ਦਿੰਦਾ ਹੈ, ਖਤਮ ਕਰ ਦਿੰਦਾ, ਜੀਵਨ ਬਦਲ ਦਿੰਦਾ ਉਹਨਾਂ ਦਾ। ਇਹ ਉਹਦੀ ਨਿਸ਼ਾਨੀ ਹੈ। ਇੱਕ ਇਹ ਗੁਣ ਹੈ ਉਸ ਫੁੱਲ ਦਾ। ਇੱਕ ਤੀਸਰਾ ਗੁਣ ਹੈ ਵੀ ਜੇ ਉਹ ਫੁੱਲ ਸਾਧ ਸੰਗਤ ਪਾਣੀ ਵਿੱਚ ਡੁਬੋਈਏ, ਡੁੱਬ ਜਾਂਦਾ, ਪਰ ਬਾਹਰ ਕੱਢੀਏ ਉਹਦੇ ਪੱਤਿਆਂ ਨੂੰ ਪਾਣੀ ਨਹੀਂ ਲੱਗਦਾ। ਉਹਦੇ ਜਿਹੜੇ ਫੁੱਲ ਦੀਆਂ ਪੰਖੜੀਆਂ ਨਾ, ਉਹਨੂੰ ਪਾਣੀ ਨਹੀਂ ਲੱਗਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਜਿਹੜਾ ਹੈ, ਕਈ ਵਾਰੀ ਉਹ ਪਰਿਵਾਰ ਵਿੱਚ, ਸੰਸਾਰ ਵਿੱਚ, ਧੰਦਿਆਂ ਵਿੱਚ ਇੰਜ ਲੱਗਦਾ ਵੀ ਬਿਲਕੁਲ ਡੁੱਬ ਚੁੱਕਾ ਹੈ, ਪਰ ਸਾਧ ਸੰਗਤ ਉਹ ਡੁੱਬਣ ਤੋਂ ਬਾਅਦ ਜਦੋਂ ਨਿਕਲਦਾ ਹੈ ਉਹਦੇ ਉੱਤੇ ਸੰਸਾਰ ਦੀ ਇੱਕ ਵੀ ਕਣੀ ਨਹੀਂ ਹੁੰਦੀ, ਕੋਈ ਪ੍ਰਭਾਵ ਨਹੀਂ ਹੁੰਦਾ, ਨਿਰਲੇਪ, ਬਿਲਕੁਲ ਸੁੱਕਾ ਨਿਕਲ ਆਉਂਦਾ ਉਹਦੇ ਵਿੱਚ। ਇਹ ਤੀਜਾ ਗੁਣ ਹੈ ਫੁੱਲ ਦਾ, ਤੇ ਬ੍ਰਹਮ ਗਿਆਨੀ ਦਾ ਸੁਭਾਅ ਮਿਲਦਾ ਹੈ। ਤੇ ਚੌਥਾ ਸੁਭਾਅ ਹੈ ਫੁੱਲ ਦਾ, ਜੇ ਪਾਣੀ ਵਿੱਚ ਲਹਿਰਾਂ ਆਉਣ ਤੇ ਉਹ ਲਹਿਰਾਂ ਦੇ ਨਾਲ ਬੜਾ ਹਿੱਲਦਾ ਹੈ, ਪਰ ਆਪਣੀ ਪ੍ਰੀਤ ਪਾਣੀ ਨਾਲੋਂ ਨਹੀਂ ਤੋੜਦਾ। ਇਹ ਚੌਥਾ ਗੁਣ ਹੈ। ਭਾਵੇਂ ਇਹਦੀ ਬਹੁਤ ਲੰਬੀ ਵਿਆਖਿਆ ਗੁਰਬਾਣੀ ਵਿੱਚ ਕੀਤੀ ਗਈ ਹੈ। ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਜਲ ਕਮਲੇ, ਇਹ ਉਦਾਹਰਨ ਦਿੱਤੀ ਗਈ। ਲਹਿਰੀ ਨਾਲ ਪਛਾੜੀਐ ਵੀ ਵਿਗਸੈ ਅਸਨੇ। ਲਹਿਰਾਂ ਨਾਲ, ਇਹਦਾ ਮਤਲਬ ਜੇ ਕੋਈ ਇਸ ਤਰ੍ਹਾਂ ਦਾ ਸਮਾਂ ਆ ਜਾਏ ਕਿ ਉਹਦੇ ਜ਼ਿੰਦਗੀ ਵਿੱਚ ਲਹਿਰਾਂ ਆ ਜਾਣ, ਉਹ ਹਿੱਲਦਾ ਫਿਰੇ ਕਦੀ ਇੱਧਰੋਂ ਕਦੀ ਇੱਧਰ, ਪਰ ਉਹਦੀ ਪ੍ਰੀਤ ਪਾਣੀ ਨਾਲੋਂ ਫਿਰ ਵੀ ਘਟਦੀ ਨਹੀਂ। ਇਹ ਚਾਰ ਗੁਣ ਨੇ ਉਸ ਫੁੱਲ ਦੇ ਵਿੱਚ। ਔਰ ਬ੍ਰਹਮ ਗਿਆਨੀ ਦਾ ਸੁਭਾਅ ਗੁਰੂ ਅਰਜਨ ਦੇਵ ਜੀ ਦਰਸਾਉਂਦੇ ਨੇ, ਬ੍ਰਹਮ ਗਿਆਨੀ ਸਦਾ ਨਿਰਲੇਪ। ਨਿਰਲੇਪ ਦਾ ਮਤਲਬ ਜਿਹਦੇ ਉੱਤੇ ਲੇਪ ਨਹੀਂ ਹੁੰਦਾ, ਜਿਹਦੇ ਤੇ ਪ੍ਰਭਾਵ ਨਹੀਂ ਪੈਂਦਾ, ਜਿਹਦੇ ਤੇ ਅਸਰ ਨਹੀਂ ਪੈਂਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਸੰਸਾਰ ਦੇ ਵਿੱਚ ਵਿਕਾਰਾਂ, ਦੁੱਖ ਸੁੱਖ, ਅਮੀਰੀ ਗਰੀਬੀ, ਮਾਣ ਸਨਮਾਨ ਜਾਂ ਘੱਟ ਮਾਣ ਮਿਲਣਾ, ਇਹਨਾਂ ਚੀਜ਼ਾਂ ਦਾ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ। ਇਹ ਲੱਛਣ ਬ੍ਰਹਮ ਗਿਆਨੀ ਦਾ ਜੈਸੇ ਜਲ ਮਹਿ, ਜਿਵੇਂ ਪਾਣੀ ਦੇ ਵਿੱਚ ਕਮਲ ਅਲੇਪ,
ਉਸ ਪਾਣੀ ਦੇ ਪ੍ਰਭਾਵ ਤੋਂ ਅਛੂਤ ਖਾਲੀ ਰਹਿ ਜਾਂਦਾ ਹੈ। ਹਜ਼ੂਰ ਅੱਗੇ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਦਾ ਦੂਜਾ ਲੱਛਣ ਦੱਸਿਆ, ਨਿਰਦੋਖ ਦਾ ਮਤਲਬ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਜਿਵੇਂ ਸੂਰਜ ਹੈ, ਸੂਰਜ ਕਦੀ ਕਿਸੇ ਤੇ ਵਿਤਕਰਾ ਨਹੀਂ, ਆਕਾਸ਼ ਵਿੱਚ ਚੜ੍ਹਦਾ ਹੈ, ਬਰਾਬਰ ਸਾਰਿਆਂ ਨੂੰ ਰੋਸ਼ਨੀ ਦਿੰਦਾ ਹੈ। ਨਾ ਉਹਨੂੰ ਨਸਲ ਦਾ ਭੇਦ, ਨਾ ਉਸ ਨੂੰ ਕੌਮ ਦਾ, ਨਾ ਉਸ ਨੂੰ ਕਿਸੇ ਦੇਸ਼ ਦਾ, ਗਰੀਬ ਦਾ, ਅਮੀਰ ਦਾ, ਸਾਰਿਆਂ ਨੂੰ ਬਰਾਬਰ ਧੁੱਪ ਦਿੰਦਾ ਹੈ। ਕਿਸੇ ਨਾਲ ਮੇਰ ਤੇਰ ਨਹੀਂ ਕਰਦਾ। ਪਰ ਇਹ ਇੱਕ ਵੱਖਰੀ ਗੱਲ ਹੈ, ਜੇ ਕੋਈ ਮਨੁੱਖ ਛਤਰੀ ਦੀ ਵਰਤੋਂ ਕਰੇ ਜਾਂ ਸੂਰਜ ਤੋਂ ਓਹਲਾ ਕਰ ਲਵੇ, ਉਹ ਉਹਦੀ ਧੁੱਪ ਤੋਂ ਵਾਂਝਾ ਰਹਿ ਜਾਂਦਾ ਹੈ। ਜਿਹੜਾ ਮਨੁੱਖ ਬੇਵਿਸ਼ਵਾਸੀ, ਹੰਕਾਰ ਦੇ ਕਮਰੇ ਥੱਲੇ, ਛੱਤ ਥੱਲੇ ਰਹਿੰਦਾ ਹੈ, ਉਹ ਸਾਰੀ ਉਮਰ ਉਸ ਬ੍ਰਹਮ ਗਿਆਨੀ ਦੀ ਧੁੱਪ ਤੋਂ ਵਾਂਝਾ ਰਹਿ ਜਾਂਦਾ ਹੈ, ਉਹਦੇ ਤੋਂ ਖਾਲੀ ਰਹਿ ਜਾਂਦਾ ਹੈ। ਇਸ ਕਰਕੇ ਕਹਿੰਦੇ ਉਹ ਨਿਰਦੋਖ ਭਾਵ ਨਿਰਪੱਖ ਹੈ, ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਇੱਕੋ ਜਿਹੀ ਬਖਸ਼ਿਸ਼ ਸਾਰਿਆਂ ਤੇ ਕਰਦਾ ਹੈ। ਇਸ ਤਰ੍ਹਾਂ ਦਾ ਉਹਦਾ ਲੱਛਣ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ। ਫਿਰ ਕਹਿੰਦੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਪਵਾਨ ਦੇ ਅਰਥ ਨੇ ਹਵਾ। ਉਹਦਾ ਸੁਭਾਅ ਹਵਾ ਵਰਗਾ ਹੈ। ਹਵਾ ਇੱਕ ਪਾਸਿਓਂ ਚੱਲਦੀ ਹੈ, ਕਦੀ ਕਿਸੇ ਨਾਲ ਵਿਤਕਰਾ ਨਹੀਂ ਕਿ ਕਿਸ ਨੂੰ ਹਵਾ ਚੰਗੀ ਦਿੱਤੀ ਜਾਏ, ਕਿਸੇ ਨੂੰ ਮਾੜੀ ਦਿੱਤੀ ਜਾਏ, ਸਾਰਿਆਂ ਨੂੰ ਬਰਾਬਰ ਦੀ ਵੰਡੀ ਜਾਂਦੀ ਹੈ। ਉਹਦਾ ਸੁਭਾਅ ਹੈ ਸਾਰਿਆਂ ਦੇ ਕੋਲ ਚਲੇ ਜਾਣਾ, ਸਾਰਿਆਂ ਨੂੰ ਕੰਮ ਦੇਣਾ। ਇਸੇ ਤਰ੍ਹਾਂ ਦਾ ਸੁਭਾਅ ਹੈ ਸਾਧ ਸੰਗਤ ਬ੍ਰਹਮ ਗਿਆਨੀ ਦਾ। ਉਹ ਰਾਜ ਰੰਕ, ਗਰੀਬ ਤੇ ਅਮੀਰ ਨੂੰ ਇੱਕੋ ਜਿਹਾ ਵਰਤਾਰਾ ਕਰਦੀ ਹੈ। ਇਸ ਤਰ੍ਹਾਂ ਦਾ ਹਵਾ ਵਰਗਾ ਉਸ ਬ੍ਰਹਮ ਗਿਆਨੀ ਦਾ ਸੁਭਾਅ ਹੈ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਦੇ ਅੰਦਰ ਧਰਤੀ ਵਰਗੀ ਇੱਕ ਧੀਰਜ ਆ ਜਾਂਦੀ ਹੈ। ਜਿਵੇਂ ਧਰਤੀ ਨੂੰ ਬਸਦਾ ਦੇ ਅਰਥ ਨੇ ਧਰਤੀ, ਕੋ ਖੋਦੈ, ਕੋਈ ਮਨੁੱਖ ਕਈ ਲੈ ਕੇ ਉਸ ਨੂੰ ਪੁੱਟ ਕੇ ਇੱਧਰ ਉੱਧਰ ਸਿੱਟਦਾ ਹੈ, ਨਾ ਉਹਦੇ ਨਾਲ ਉਹ ਵੈਰ ਕਰਦੀ ਏ। ਤੇ ਜੇ ਕੋਈ ਉਸ ਧਰਤੀ ਦੇ ਉੱਤੇ ਚੰਦਨ ਦਾ ਲੇਪ ਕਰਨ ਲੱਗ ਪਵੇ ਤਾਂ ਵੀ ਉਹਦੇ ਨਾਲ ਬਹੁਤਾ ਸਨੇਹ ਨਹੀਂ ਕਰਦੀ, ਭਾਵ ਦ੍ਰਿਸ਼ਟ ਸਮਾਨ ਰੱਖਦੀ ਹੈ। ਹੁਣ ਇਹ ਸਾਰੇ ਸੁਭਾਅ ਨੇ ਸਾਧ ਸੰਗਤ ਹੈਣ ਮਨੁੱਖ ਦੇ ਅੰਦਰ, ਪਰ ਅੰਦਰ ਦੱਬੇ ਹੋਏ ਨੇ। ਫਰਕ ਸਿਰਫ ਇੰਨਾ ਹੈ, ਜਿਹੜੇ ਸਾਡੇ ਅਸਲੀ ਸੁਭਾਅ ਹੈ ਨਾ ਮਨੁੱਖ ਦਾ, ਜਿਹੜਾ ਪਰਮਾਤਮਾ ਨੇ ਘੜਿਆ ਸੀ, ਉਹ ਇਸ ਤਰ੍ਹਾਂ ਦਾ ਜੋ ਕੁਝ ਇਸ ਅਸ਼ਟਪਦੀ ਵਿੱਚ ਲਿਖਿਆ। ਅਸੀਂ ਹੁਣ ਬਾਹਰੋਂ ਜਾਲੀ ਸੁਭਾਅ ਇਕੱਠੇ ਕਰਕੇ ਆਪਣੇ ਵਿੱਚ ਪਾ ਲੈਣਾ। ਜਿਉਂ-ਜਿਉਂ ਸਾਨੂੰ ਬਾਹਰ ਸੰਸਾਰ ਦੀ ਸੰਗਤ ਮਿਲੀ, ਜਿਵੇਂ ਦੇ ਲੋਕ ਮਿਲਦੇ ਗਏ, ਜਿਵੇਂ ਦੇ ਲੋਕ ਆਏ, ਉਹਨਾਂ ਤੋਂ ਅਸੀਂ ਖਿੱਚ ਕੇ ਸੁਭਾਅ ਕਈ ਪ੍ਰਕਾਰ ਦੇ ਅੰਦਰ ਵਾੜ ਲਏ। ਹੁਣ ਇਹ ਸਾਰੇ ਸੁਭਾਅ ਜਿਹੜੇ ਨੇ, ਜਿਉਂ ਹੀ ਅਸੀਂ ਧਰਮ ਵਾਲੇ ਪਾਸੇ ਤੁਰਨੇ ਆ ਤੇ ਰਾਹ ਵਿੱਚ ਖੜੇ ਹੋ ਜਾਂਦੇ ਨੇ, ਰੋਕਦੇ ਨੇ। ਇਹਨਾਂ ਨੂੰ ਕਰਮ ਕਹਿੰਦੇ ਨੇ। ਅਸੀਂ ਕਹਿੰਦੇ ਹਾਂ ਸਾਡੇ ਕਰਮ ਨੇ ਚੰਗੇ, ਤੇ ਕਰਮ ਆਪਣੇ ਨੇ। ਇਹ ਜਿਹੜੇ ਸੁਭਾਅ ਨੇ, ਜਿਹੜੇ ਸਾਡੇ ਅੰਦਰ ਭਰੇ ਹੋਏ ਨੇ, ਬਲ ਵਿੰਗ ਵਾਲੇ ਨੇ, ਟੇਢੇ ਮੇਢੇ ਨੇ, ਇਹ ਉਸ ਰਾਹ ਦੇ ਉੱਤੇ ਕਾਮਯਾਬ ਨਹੀਂ ਹੋਣ ਦਿੰਦੇ। ਅਸਲੀ ਜਿਹੜਾ ਸਾਡਾ ਸੁਭਾਅ ਸੀ ਨਾ, ਜਿਹਨੂੰ ਸਹਿਜ ਸੁਭਾਅ ਕਹਿੰਦੇ ਨੇ, ਸਹਿਜ ਸੁਭਾਅ ਨਾਲ ਜਿੱਦਣ ਅਸੀਂ ਤੁਰੇ ਨਾ, ਉਦਣ ਬਹੁਤ ਫਰਕ ਪਵੇਗਾ। ਤੁਸੀਂ ਵੇਖੋ ਕਿ ਬਾਣੀ ਵਿੱਚ ਸ਼ਬਦ ਨਿਕਲਿਆ, ਸ਼ਬਦ ਕਿਹਾ ਹੈ ਸਤਿਗੁਰਾਂ ਨੇ ਕਿ ਜੇ ਕੋਈ ਸਹਿਜ ਸੁਭਾਏ ਕਹਿਣ ਲੱਗ ਪਵੇ, ਨਾਨਕ ਬੋਲੇ ਸਹਿਜ ਸੁਭਾਏ। ਸੁਖਮਣੀ ਸਾਹਿਬ ਵਿੱਚ ਪਿੱਛੇ ਸ਼ਬਦ ਆਇਆ ਕਿ ਜੇ ਕੋਈ ਸਹਿਜ ਸੁਭਾਏ ਦਾ ਮਤਲਬ ਅਸਲੀ ਸੁਭਾਅ ਨਾਲ ਉਹਨੂੰ ਬੋਲਦਾ ਹੈ। ਅਸੀਂ ਬੋਲਨੇ ਆਪਣੇ ਸੁਭਾਵਾਂ ਦੇ ਨਾਲ। ਅਸੀਂ ਜਿਹੜਾ ਨਾਮ ਜਪਨੇ ਆ, ਉਸ ਵੇਲੇ ਸਾਡਾ ਸੁਭਾਅ ਕਿਵੇਂ ਦਾ ਹੁੰਦਾ, ਉਸ ਵੇਲੇ ਸੁਭਾਅ ਕਿਵੇਂ ਦਾ ਹੁੰਦਾ, ਉਹਨੂੰ ਵੇਖ ਲਈ। ਥੋੜਾ ਜਿਹਾ ਪਿੱਛੇ ਆਪਾਂ ਵਿਚਾਰਿਆ ਸੀ ਵੀ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ
ਬਲ ਬਲ ਜਾਸਾ। ਇਹਦੇ ਵਿੱਚ ਸਤਿਗੁਰਾਂ ਨੇ 4 ਅਵਸਥਾਵਾਂ ਦੱਸੀਆਂ ਨੇ। ਇਹਦੇ ਤੋਂ ਅੱਗੇ ਇੱਕ ਸ਼ਬਦ ਆਏਗਾ, ਉਹਦੇ ਵਿੱਚ ਕਹਿੰਦੇ ਨੇ ਹਰ ਕਾ ਨਾਮ ਜਪਤ ਦੁਖ ਜਾਏ। ਹਰ ਕਾ ਨਾਮ ਜਪਤ ਦੁਖ ਜਾਏ, ਕਿਉਂਕਿ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਹੈ ਨਾਮ ਜਪੀਏ ਤੇ ਦੁੱਖ ਜਾਏ, ਸੁਭਾਵਕ ਹੈ। ਗੁਰੂ ਸਾਹਿਬ ਕਹਿੰਦੇ ਨੇ ਵੀ ਨਾਮ ਜਪਣ ਨਾਲ ਦੁੱਖ ਚਲਾ ਜਾਏਗਾ, ਕੋਈ ਸ਼ੱਕ ਨਹੀਂ। ਹਰ ਕਾ ਨਾਮ ਜਪਤ ਦੁਖ ਜਾਏ, ਪਰ ਜਾਏਗਾ ਤਾਂ ਨਾਨਕ ਬੋਲੇ ਸਹਿਜ ਸੁਭਾਏ। ਜੇ ਕੋਈ ਮਨੁੱਖ ਆਪਣੇ ਸਹਿਜ ਇਸ ਸੁਭਾਅ ਨਾਲ ਉਹਨੂੰ ਬੋਲੇਗਾ ਜਿਹੜਾ ਇਸ ਅਸ਼ਟਪਦੀ ਵਿੱਚ ਲਿਖਿਆ ਹੋਇਆ, ਇਹ ਸੁਭਾਅ ਨਾਲ ਪੈਦਾ ਕਰੇਗਾ। ਹੁਣ ਇਹ 2 ਚੀਜ਼ਾਂ ਨੇ, ਜਿਵੇਂ ਕੱਲ੍ਹ ਹੀ ਕਿਸੇ ਗੁਰਮੁਖਾਂ ਨੇ ਇਹ ਕਿਹਾ ਕਿ ਨਾਮ ਜਪੀਏ ਕੀ ਕਰਨਾ ਚਾਹੀਦਾ। ਮੈਂ ਕਿਹਾ 2 ਚੀਜ਼ਾਂ ਨੇ, ਇਕੱਲਾ ਨਾਮ ਨਹੀਂ। ਅਸੀਂ ਜਿਹੜੇ ਨਾਮ ਜਪ ਰਹੇ ਹਾਂ ਉਹ ਆਪਣੇ ਸੁਭਾਵਾਂ ਨਾਲ ਜਪ ਰਹੇ ਹਾਂ। ਅਸੀਂ ਅਸਲੀ ਸੁਭਾਅ ਨੂੰ ਨਹੀਂ ਛੱਡਦੇ ਪਏ ਅੰਦਰੋਂ, ਇਕੱਲਾ ਜਪੀ ਜਾਂਦੇ ਹਾਂ। ਤਾਂ ਉਸ ਸੁਭਾਅ ਨੂੰ ਜਿਹੜਾ ਸਾਡਾ ਕੁਦਰਤ ਨੇ ਬਣਾਇਆ ਹੈ, ਘੱਟੋ ਘੱਟ ਜਿੰਨਾ ਚਿਰ ਮਨੁੱਖ ਜਪ ਕਰਦਾ ਹੈ ਓਨਾ ਚਿਰ ਉਹਨੂੰ ਉਸ ਸੁਭਾਅ ਵਿੱਚ ਰਹਿਣਾ ਚਾਹੀਦਾ ਹੈ। ਜਿੰਨਾ ਚਿਰ ਉਹ ਅਭਿਆਸ ਕਰਦਾ ਹੈ, ਘੱਟੋ ਘੱਟ ਉਹਨਾਂ ਚਿਰ, ਭਾਵੇਂ ਉਹਨੂੰ ਜਾਲੀ ਹੀ ਬਣਾਉਣਾ ਪਵੇ। ਨਹੀਂ ਤਾਂ ਜਿਵੇਂ ਦਾ ਸੁਭਾਅ ਲੈ ਕੇ ਅਸੀਂ ਨਾਮ ਜਪਾਂਗੇ, ਜੇ ਅੰਦਰ ਕ੍ਰੋਧ ਰੱਖ ਕੇ ਨਾਮ ਜਪਨੇ ਆ ਤੇ ਇਹ ਵੀ ਖਿਆਲ ਰੱਖਣਾ ਹੋ ਸਕਦਾ ਹੈ ਗਲਤੀ ਨਾਲ ਕਿਤੇ ਕ੍ਰੋਧ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਏ, ਕਿਉਂਕਿ ਨਾਮ ਨੇ ਸ਼ਕਤੀ ਦੇਣੀ ਹੈ। ਨਾਮ ਨੇ ਤੇ ਉਹਨੂੰ ਸਟਰੋਂਗ ਕਰਨਾ ਹੈ ਅੰਦਰ ਨੂੰ। ਜਿਹੜੇ ਖਿਆਲ ਅੰਦਰ ਆਏ ਨਾਮ ਜਪਣ ਲੱਗਿਆਂ, ਉਹ ਖਿਆਲ ਸਟਰੋਂਗ ਹੋ ਜਾਣਗੇ। ਇਸ ਕਰਕੇ ਇਹ ਵੀ ਧਿਆਨ ਰੱਖਣਾ ਅਤ ਜ਼ਰੂਰੀ ਹੈ। ਨਾਨਕ ਬੋਲੇ ਸਹਿਜ ਸੁਭਾਏ। ਜੇ ਸਹਿਜ ਸੁਭਾਏ ਸਿੱਧੇ ਮਨ ਦੇ ਨਾਲ, ਸਰਲ ਮਨ ਨਾਲ ਅਸੀਂ ਨਾਮ ਜਪਾਂਗੇ ਤਾਂ ਉਹ ਨਾਮ ਹੀ ਸਾਡੇ ਦੁੱਖ ਕੱਟ ਸਕਦਾ। ਜਿਹੜੇ ਨਾਮ ਅਸੀਂ ਆਪੋ ਆਪਣੀ ਮਰਜ਼ੀ ਅਨੁਸਾਰ ਆਪਣੇ ਸੁਭਾਵਾਂ ਨੂੰ ਛੱਡਦੇ ਨਹੀਂ, ਆਪਣੀਆਂ ਆਦਤਾਂ ਨੂੰ ਤਿਆਗਦੇ ਨਹੀਂ, ਉਹ ਹੀ ਆਦਤਾਂ ਪੱਕੀਆਂ ਰਹਿੰਦੀਆਂ ਨੇ ਅੰਦਰ, ਫਿਰ ਨਾਮ ਜਿਹੜਾ ਹੈ ਕੰਮ ਤਾਂ ਜ਼ਰੂਰ ਕਰਦਾ ਹੈ, ਤਾਕਤ ਤੇ ਆ ਜਾਂਦੀ ਹੈ, ਪਦਾਰਥ ਮਿਲ ਜਾਣਗੇ, ਹੋਰ ਚੀਜ਼ਾਂ ਮਿਲ ਜਾਣਗੀਆਂ, ਪਰ ਅੰਦਰੋਂ ਦੁੱਖ ਕੱਢਣਾ ਉਹਦੇ ਵਾਸਤੇ ਬੜਾ ਟਾਈਮ ਲੰਬਾ ਲੱਗ ਜਾਏਗਾ। ਇਸ ਕਰਕੇ ਕਹਿੰਦੇ ਇਹ ਸਾਰੇ ਲੱਛਣ ਨੇ ਜਿਹਦੇ ਵਿੱਚ ਕਿਹਾ ਗਿਆ ਉਹ ਧਰਤੀ ਵਰਗਾ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਇੱਕ ਧੀਰਜ ਵਿੱਚ ਟਿਕਾ ਵਿੱਚ ਰਹਿੰਦਾ। ਜਿਉਂ ਬਸਦਾ ਕੋ ਖੋਦਾ ਕੋ ਚੰਦਨ ਲੇਪ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਫਿਰ ਸ਼ਬਦ ਸਹਿਜ ਸੁਭਾਅ ਆਇਆ। ਕਹਿੰਦੇ ਨੇ ਬ੍ਰਹਮ ਗਿਆਨੀ ਦਾ ਇਹ ਗੁਨਾਓ ਦਾ ਇੱਥੇ ਅਰਥ ਹੈ ਗੁਣ। ਗੁਨਾਓ ਦਾ ਅਰਥ ਇੱਥੇ ਗੁਨਾਹ ਨਹੀਂ ਹੈ, ਉਹਦੇ ਵਿੱਚ ਇੱਕ ਗੁਣ ਹੈ, ਇੱਕ ਸੁਭਾਅ ਹੈ। ਜਿਵੇਂ ਪਾਵਕ ਦਾ ਅਰਥ ਹੈ ਅਗਨੀ, ਅਗਨੀ ਦਾ ਇੱਕ ਸਹਿਜ ਸੁਭਾਅ ਹੈ, ਇੱਕ ਅੱਗ ਦਾ ਸੁਭਾਅ ਹੈ। ਤੁਸੀਂ ਵੇਖੋ ਕਿ ਬਲਦੀ ਅਸੀਂ ਕਹਿੰਦੇ ਹਾਂ ਲਾਲ ਹੈ ਜਾਂ ਪੀਲੇ ਰੰਗ ਦੀ ਅਗਨੀ ਹੈ, ਬਸੰਤਰ ਹੈ, ਪਰ ਇੱਕ ਉਹਦਾ ਸੁਭਾਅ ਹੈ ਸੇਕ ਦੇਣਾ। ਇਸ ਤਰ੍ਹਾਂ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੈ ਉਹਦਾ ਸੁਭਾਅ ਅਗਨੀ ਵਰਗਾ ਹੈ। ਅਗਨੀ ਵਰਗਾ ਕਿਵੇਂ ਹੈ, ਕਿਉਂ ਉਦਾਹਰਨ ਦਿੱਤੀ? ਕਿਸੇ ਨੂੰ ਠੰਡ ਲੱਗੇ ਤੇ ਅੱਗ ਦੇ ਨੇੜੇ ਚਲਾ ਜਾਏ ਤਾਂ ਉਹਨੂੰ ਉਹ ਸਕੂਨ ਦਿੰਦੀ ਹੈ, ਉਹਦੀ ਠੰਡ ਨੂੰ ਖਤਮ ਕਰਦੀ ਹੈ। ਪਰ ਜੇ ਕੋਈ ਮਨੁੱਖ ਗਲਤੀ ਕਰਕੇ ਅੱਗ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਯਤਨ ਕਰੇ, ਫੜਨ ਦਾ ਯਤਨ ਕਰੇ, ਤੇ ਉਹਦੇ ਹੱਥ ਵੀ ਸਾੜ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਔਰ ਸਿੱਖ ਦਾ, ਬ੍ਰਹਮ ਗਿਆਨੀ ਦਾ ਸੁਭਾਅ ਹੈ, ਜੇ ਤੇ ਕੋਈ ਉਹਦੇ ਸਤਿਕਾਰ ਵਿੱਚ, ਅਦਬ ਵਿੱਚ, ਪੂਰੀ ਦੂਰੀ ਵਿੱਚ ਰਵੇ, ਫਿਰ ਤਾਂ ਉਹਦੇ ਤੋਂ ਲਾਭ ਮਿਲਦਾ, ਵਿਕਾਰਾਂ ਦੀ ਜਿਹੜੀ ਠੰਡ ਹੈ ਹਟਦੀ ਹੈ। ਪਰ ਕਈ ਵਾਰੀ ਮਨੁੱਖ ਗਲਤੀ ਕਰ ਲੈਂਦਾ ਵੀ ਕਿਸੇ ਬ੍ਰਹਮ ਗਿਆਨੀ ਨੂੰ, ਕਿਉਂਕਿ ਸਾਧ ਸੰਗਤ ਇੱਥੇ ਦੁਨੀਆ ਦੇ ਵਿੱਚ ਹੋਰ ਬੜਾ ਕੁਝ ਵਿਕਦਾ ਹੈ। ਜਦੋਂ ਇੰਨਾ ਕੁਝ ਵਿਕਦਾ ਹੈ ਤੇ ਫਿਰ ਸੰਸਾਰ ਦੇ ਲੋਕ ਬ੍ਰਹਮ ਗਿਆਨੀਆਂ ਨੂੰ ਵੀ ਖਰੀਦਣ ਲੱਗ ਪੈਂਦੇ। ਤੇ ਜਦੋਂ ਕਿਸੇ ਚੀਜ਼ ਦੀ ਬਜ਼ਾਰੀਕਰਨ ਆ ਜਾਏ ਤੇ ਉਹ ਚੀਜ਼ ਵੀ ਪੈਦਾ ਹੋ ਜਾਂਦੀ ਹੈ। ਜਦੋਂ ਬਾਜ਼ਾਰ ਖੁੱਲ੍ਹਦਾ ਹੈ ਨਾ, ਚੀਜ਼ਾਂ ਬਾਅਦ ਵਿੱਚ ਉਗਾਈਆਂ ਜਾਂਦੀਆਂ ਨੇ, ਪਹਿਲਾਂ ਬਾਜ਼ਾਰ ਖੁੱਲ੍ਹਦਾ ਹੈ। ਜਦੋਂ ਵੱਡੇ ਵੱਡੇ ਲੋਕਾਂ ਦੁਆਰਾ ਆਪਣਾ ਕੰਮ ਚਲਾਉਣ ਵਾਸਤੇ ਆਪੋ ਆਪਣੇ ਬ੍ਰਹਮ ਗਿਆਨੀ ਰੱਖੇ ਜਾਂਦੇ ਨੇ ਤਾਂ ਉਹਨਾਂ ਦੀ ਵਰਤੋਂ ਕਰਦੇ ਨੇ, ਉਹਨਾਂ ਨੂੰ ਖਰੀਦ ਲੈਂਦੇ ਨੇ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਤਨ ਕੀਤਾ ਸੀ ਬਹਾਦਰ ਸ਼ਾਹ ਨੇ ਖਰੀਦਣ ਦਾ, ਉਹ ਹੀਰਾ ਦੇ ਕੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਬਹਾਦਰ ਸ਼ਾਹ
ਤੂੰ ਸ਼ਾਇਦ ਆਪਣੇ ਹੋਰ ਕੋਈ, ਤੇਰੇ ਬਾਪ ਨੇ ਔਰੰਗਜ਼ੇਬ ਨੇ ਇੱਕ ਕਾਜੀ ਰੱਖਿਆ ਹੋਇਆ ਸੀ ਬਹਾਵ ਵੋਰਾ, ਉਹਨੂੰ ਰਿਸ਼ਵਤ ਦੇ ਕੇ ਲੋਕ ਬਚ ਜਾਂਦੇ ਸਨ, ਖਰੀਦ ਲਈਦਾ ਸੀ ਉਸਨੂੰ। ਕਹਿਣ ਲੱਗੇ ਕਾਜੀ, ਮੁੱਲਾ, ਪੰਡਤ ਆਦਿਕ ਹੋਰ ਇਸ ਤਰ੍ਹਾਂ ਦੇ ਲੋਕ ਭਾਵੇਂ ਨਾਂ ਨਾਲ ਬ੍ਰਹਮ ਗਿਆਨੀ ਵੀ ਜੋੜ ਲੈਣ, ਉਹਨਾਂ ਨੂੰ ਸੰਸਾਰ ਖਰੀਦ ਲੈਂਦਾ ਹੈ, ਪਰ ਬ੍ਰਹਮ ਗਿਆਨੀ ਕਦੀ ਖਰੀਦਿਆ ਨਹੀਂ, ਉਹ ਕਿਸੇ ਦੇ ਹੱਥਾਂ ਵਿੱਚ ਨਹੀਂ ਆਉਂਦਾ। ਜਿਹੜਾ ਮਨੁੱਖ ਕਿਸੇ ਦੇ ਹੱਥਾਂ ਵਿੱਚ ਆ ਗਿਆ ਉਹ ਬ੍ਰਹਮ ਗਿਆਨੀ ਨਹੀਂ ਹੈ, ਉਹ ਆਜ਼ਾਦ ਹੈ, ਬੇਪਰਵਾਹ, ਖੁੱਲ੍ਹਾ ਹੈ। ਇਸ ਕਰਕੇ ਕਹਿੰਦੇ ਨੇ ਬ੍ਰਹਮ ਗਿਆਨੀ ਦਾ ਸੁਭਾਅ ਹੈ ਕਿ ਉਹਦੇ ਵਿੱਚ ਇੱਕ ਗੁਣ ਹੈ, ਜੇ ਸਤਕਾਰ ਵਿੱਚ ਰਵੋ ਤੇ ਤੁਹਾਨੂੰ ਉਹਦੇ ਵਿੱਚੋਂ ਸੇਖ ਆਨੰਦ ਮਿਲੇਗਾ। ਪਰ ਜੇ ਕੋਈ ਬੰਦਾ ਇਹ ਗਲਤੀ ਕਰ ਲੈ, ਮੈਂ ਅੱਗ ਨੂੰ ਆਪਣੇ ਹੱਥਾਂ ਵਿੱਚ ਫੜ ਲਵਾਂ, ਤੇ ਫਿਰ ਉਹਦਾ ਜਿਹੜਾ ਨਤੀਜਾ ਉਹ ਸਾਹਮਣੇ ਹੁੰਦਾ, ਉਹਦੇ ਹੱਥ ਸੜ ਜਾਂਦੇ ਨੇ। ਇਹਦੇ ਵਿੱਚ ਅਦਬ ਦੀ ਗੱਲ ਕਹਿ ਰਹੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿ ਕਦੀ ਨਾ ਉਸ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈਣ ਦਾ ਯਤਨ ਕਰੋ ਜਾਂ ਖਰੀਦਣ ਦਾ, ਉਹ ਵਿਕਣ ਵਾਲਾ ਇਸ ਤਰ੍ਹਾਂ ਦਾ ਨਹੀਂ ਹੁੰਦਾ। ਔਰ ਜਿਹੜੇ ਲੋਕ ਇਸ ਤਰ੍ਹਾਂ ਹੱਥਾਂ ਵਿੱਚ ਆ ਜਾਂਦੇ ਤੇ ਵਿਕ ਜਾਂਦੇ, ਉਹ ਸਿਰਫ ਨਾਮ ਦੇ ਬ੍ਰਹਮ ਗਿਆਨੀ ਹੁੰਦੇ ਨੇ। ਇਸ ਕਰਕੇ ਕਹਿੰਦੇ ਬ੍ਰਹਮ ਗਿਆਨੀ ਦੀ ਇਹ ਅਵਸਥਾ ਹੈ, ਜੈਸੇ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਅ, ਜਿਵੇਂ ਅੱਗ ਦਾ ਸੁਭਾਅ ਸਹਿਜ ਹੈ। ਹਜ਼ੂਰ ਅੱਗੇ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਨਿਰਮਲ ਤੋਂ ਵੀ ਉਹ ਨਿਰਮਲ ਹੈ ਬ੍ਰਹਮ ਗਿਆਨੀ। ਜੈਸੇ ਮੈਲ ਨਾ ਲਾਗੈ ਜਲਾ, ਜਿਵੇਂ ਪਾਣੀ ਦੂਜਿਆਂ ਨੂੰ ਧੋਂਦਾ ਰਹਿੰਦਾ ਪਰ ਆਪ ਅਪਵਿੱਤਰ ਨਹੀਂ ਹੁੰਦਾ, ਉਹ ਸਦਾ ਹੀ ਪਵਿੱਤਰ ਰਹਿੰਦਾ ਹੈ। ਬ੍ਰਹਮ ਗਿਆਨੀ ਦੇ ਕੋਲ ਲੋਕ ਆਪਣਾ ਆਪ ਧੋਂਦੇ ਨੇ, ਧੋ ਲੈਂਦੇ ਨੇ, ਪਰ ਉਹਦੇ ਤੇ ਮੈਲ ਨਹੀਂ ਪੈਂਦੀ, ਉਹ ਨਿਰਲੇਪ ਰਹਿੰਦਾ, ਮੈਲ ਤੋਂ ਰਹਿਤ ਰਹਿੰਦਾ ਹੈ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰੇ ਉੱਪਰ ਆਕਾਸ਼। ਇਹ ਹੁਣ ਉਹਦੀ ਨਿੱਜੀ ਅਵਸਥਾ ਹੈ, ਬਾਹਰ ਨਹੀਂ ਦਿਸਦੀ, ਇਹ ਬਾਹਰ ਪ੍ਰਗਟ ਨਹੀਂ ਹੁੰਦੀ। ਇਹ ਗੁਰੂ ਅਰਜਨ ਦੇਵ ਜੀ ਨੇ ਆਪ ਮਾਣੀ ਹੈ ਤੇ ਆਪਣੇ ਗੁਰਸਿੱਖਾਂ ਨੂੰ, ਬ੍ਰਹਮ ਗਿਆਨੀਆਂ ਨੂੰ ਗੁਰੂ ਅਰਜਨ ਦੇਵ ਜੀ ਨੇ ਬਖਸ਼ੀ ਹੈ ਇਹ ਦਸ਼ਾ। ਤੇ ਉਹ ਵੇਖ ਕੇ ਇੱਥੇ ਲਿਖ ਰਹੇ ਨੇ ਵੀ ਇਸ ਤਰ੍ਹਾਂ ਬ੍ਰਹਮ ਗਿਆਨੀ ਦੇ ਮਨ ਵਿੱਚ ਇੱਕ ਪ੍ਰਕਾਸ਼ ਜਾਗਿਆ ਰਹਿੰਦਾ, ਦਿਨ ਰਾਤ ਪ੍ਰਕਾਸ਼ ਵਿੱਚ ਰਹਿੰਦਾ ਹੈ, ਦਿਨ ਚੜਿਆ ਰਹਿੰਦਾ ਹੈ। ਗੁਰਬਾਣੀ ਵਿੱਚ ਤਾਂ ਇੱਕ ਹੋਰ ਸ਼ਬਦ ਆਉਂਦਾ ਜਿਹਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਜਾਗਤ ਰਹਿਣ ਵਿਹਾਣੀ ਅਨ ਦਿਨ ਭੋਰ ਭਇਆ। ਭੋਰ ਦੇ ਅਰਥ ਨੇ ਅੰਮ੍ਰਿਤ ਵੇਲਾ। ਜਿਵੇਂ ਸੂਰਜ ਜਦੋਂ ਉਗਦਾ ਨਾ, ਉਹਦੇ ਤੋਂ ਪਹਿਲਾਂ ਥੋੜ੍ਹੀ ਜਿਹੀ ਸਫੈਦ ਧਾਰਾ ਚੜ੍ਹਦੇ ਵੱਲ ਉਗਦੀ ਹੈ, ਥੋੜ੍ਹਾ ਜਿਹਾ ਆਕਾਸ਼ ਸਫੈਦ ਹੋ ਜਾਂਦਾ, ਉਹਨੂੰ ਕਹਿੰਦੇ ਭੋਰ ਹੋ ਗਿਆ ਹੈ, ਅੰਮ੍ਰਿਤ ਵੇਲਾ ਹੋ ਗਿਆ। ਅਨ ਦਿਨ ਭੋਰ ਭਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਭੋਰ ਜਿਹੜਾ ਨਾ ਸਵੇਰਾ ਇੱਕੋ ਵਾਰੀ ਨਹੀਂ ਹੁੰਦਾ, ਘੰਟਾ। ਅਨ ਦਿਨ ਦਾ ਮਤਲਬ ਦਿਨ ਰਾਤ ਉਹਨਾਂ ਦੀ ਜ਼ਿੰਦਗੀ ਤੇ ਅੰਮ੍ਰਿਤ ਵੇਲਾ ਲਾਗੂ ਰਹਿੰਦਾ ਹੈ। ਦਿਨ ਰਾਤ ਉਸ ਸੁਹਾਵਣੇਪਣ ਵਿੱਚ, ਉਸ ਦਸ਼ਾ ਵਿੱਚ ਰਹਿੰਦੇ ਨੇ। ਅਨ ਦਿਨ ਭੋਰ ਭਇਆ ਜਾਗਤ ਰਹਿਣ ਵਿਹਾਣੀ, ਜਿਵੇਂ ਹੁਣੇ ਜਾਗੇ ਨੇ, ਹੁਣੇ ਉੱਠੇ ਨੇ, ਜਾਂ ਹੁਣੇ ਉਹਨਾਂ ਨੇ ਇਸ਼ਨਾਨ ਕੀਤਾ, ਇਸ ਤਰ੍ਹਾਂ ਦੀ ਦਸ਼ਾ ਵਿੱਚ ਤਰੋ ਤਾਜ਼ੇ ਰਹਿੰਦੇ। ਤਾਂ ਸਤਿਗੁਰੂ ਕਹਿ ਰਹੇ ਨੇ ਇਸ ਸ਼ਬਦ ਵਿੱਚ, ਜਿਵੇਂ ਧਰਤੀ ਦੇ ਉੱਤੇ ਆਕਾਸ਼ ਬਹੁਤ ਉੱਚਾ ਹੈ, ਇਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਪ੍ਰਕਾਸ਼, ਇੱਕ ਆਨੰਦ ਛਾਇਆ ਰਹਿੰਦਾ ਹੈ। ਇਹ ਉਹਨਾਂ ਦੇ ਲੱਛਣ ਕਹਿ ਰਹੇ ਨੇ। ਹਜ਼ੂਰ ਕਹਿੰਦੇ ਜੈਸੇ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਇਹ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਸਮ ਹੋ ਜਾਂਦੀ ਹੈ, ਮਿੱਤਰ ਤੇ ਦੁਸ਼ਮਣ ਬਰਾਬਰ ਦਿਸਣ ਲੱਗ ਪੈਂਦੇ, ਅਭਿਮਾਨ ਰਹਿਤ, ਹੰਕਾਰ ਤੋਂ ਰਹਿਤ ਹੋ ਜਾਂਦੇ ਹਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਕੁਦਰਤੀ ਤੌਰ ਤੇ ਰੱਬ ਵਿੱਚ, ਉਹਦੇ ਨਾਮ ਵਿੱਚ ਬਰਕਤਾਂ ਨੇ। ਜਿਉਂ-ਜਿਉਂ ਬੰਦਾ ਉਹਦੇ ਨੇੜੇ ਗਿਆ ਤਿਉਂ-ਤਿਉਂ ਉਹਦੀ ਉਚਾਈ ਆਪੇ ਹੀ ਵੱਧ ਜਾਂਦੀ ਹੈ, ਉਹਦੀ ਵਡਿਆਈ, ਸ਼ੋਭਾ ਆਪਣੇ ਆਪ ਹੋਣ ਲੱਗ ਪੈਂਦੀ ਹੈ। ਪਰ ਉਹ ਆਪਣੇ ਮਨ ਦੇ ਵਿੱਚ ਨੀਚਾ ਦੇ ਅਰਥ ਬਹੁਤ ਨਿਮਰਤਾ ਵਿੱਚ ਰਹਿੰਦਾ, ਆਪਣੇ ਮਨ ਦੇ ਵਿੱਚ ਝੁਕਿਆ ਰਹਿੰਦਾ। ਪਰ ਇਹ ਬ੍ਰਹਮ ਗਿਆਨੀ ਕੌਣ ਨੇ? ਅੱਗੇ ਸਤਿਗੁਰੂ ਨੇ ਬਚਨ ਕੀਤਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਇੱਥੇ ਮੈਂ ਥੋੜ੍ਹੀ ਜਿਹੀ ਬੇਨਤੀ ਕਰਨੀ ਚਾਹੁੰਦਾ।
क्योंकि ये जिहड़ी विचार है हज़ारां लखां लोकां तक जाएगी बाद विच चैनलों के राहीं। ये मैं उन्हां सज्जणां दे चरनां विच बेनती करनी चाहुंदा भी जिन्हें जिहड़े वार वार एक तर्क विच आके जां किसे दे सिखाए होए, असल विच बहुते बंदे सवाल जिहड़े पुछदे ना उन्हां दा सवाल अपना नहीं हुंदा, उन्हां ते बड़ा तरस आउंदा है। सवाल अपना ते पुछो, तुहाडे मन विच पैदा होया, फोन ते पुछ लो, वैसे पुछ सकदे हो, पर यह किरपा करया करो भी कोई बंदा जांदा है, वो बोल आउंदा स्टेज ते जाके सीधियां पुठियां गल्लां ते सवाल उन्हां दे हुंदे ने ते हज़ारां बंदियां दे कन्नां विच पा दिंदे ने, वो पुछदे फिरदे ने। ये किवें हुंदा जी? सवाल अपने मन विचों होगे, पुछो, उहदा हल हो जाएगा। जदों कोई होर बंदा सानू सिखा जांदा भी इहदे की अर्थ ने, ये नहीं हो सकदा, ये हो सकदा, हज़ारां बंदियां नूं भटकाया होया लोकां ने, पिछे लाया होया, वो बोल देंदे ने, आम बंदा बेचारा उलझ जांदा भी है कि नहीं। हुण ये भी एक विचार है, क्योंकि मैनूं सैकड़े गुरमुखां ने कहा, भावें उन्हां दे मन विच दुविधा नहीं, वो सिर्फ क्लीयर करना चाहते हैं। उत्थे विदेश विच भी कहा, इत्थे कि ब्रह्म ज्ञानी आप परमेश्वर दे की अर्थ ने, उन्हां नूं किसे सिखाया ब्रह्म ज्ञानी कोई नहीं हुंदा, रब ही ब्रह्म ज्ञानी हुंदा है। ये ठीक है कहंदे ने भी परमात्मा ब्रह्म ज्ञानी, बंदा ब्रह्म ज्ञानी नहीं हो सकता। उन्हां दा मुद्दा सिर्फ ये है। मैं कहा भी तुसी सुखमणी साहब ध्यान नाल पढ़ो ते इहदे अर्थ सुनो प्यार नाल, तुहानूं पता लग जाएगा ब्रह्म ज्ञानी ना गुरु नूं कहिंदे ने ते ना रब नूं, ब्रह्म ज्ञानी सिख नूं कहिंदे ने। और ये पंक्ति साफ कर रही है, ब्रह्म ज्ञानी से जन भये, इहदे की अर्थ करोगे? जन का की अर्थ है? जन का अर्थ मनुख है जिन्हें जन्म लिया। वो जन कौन बने ने ब्रह्म ज्ञानी? जिन नानक जिन प्रभ आप करे, परमात्मा ने जिन्होंने आप ब्रह्म ज्ञानी बनाया है। हुण ये दसो भी परमात्मा परमात्मा नूं ही बनाउंदा है? लोग कहंदे भी रब ब्रह्म ज्ञानी है, वो अपने आप नूं किवें बनाएगा? ब्रह्म ज्ञानी तो उहदी कृत है, उहदी सिरजना है, उन्हें बनाया उसनूं, आप तो बनिया ही नहीं। ब्रह्म ज्ञानी परमात्मा बन सकता कदी? एक पासे आपां कहने थापिया ना जाए कीता ना होए, आपे आप निरंजन सोए, जिन सेविया तिन पाया मान। एक पासे कहने उन्होंने बनाया किसे नहीं, तो जदों इत्थे शब्द कहे जा रहे ने ब्रह्म ज्ञानी से जन भये, नानक जिन प्रभ आप करे, फिर एक क्रैश हो जाणगे अर्थ जिहड़े ने आपस में भिड़ जाणगे। तां ये साडे हंकार दी एक निशानी हो सकदी, ते एक ये है भी ये साडे कन्नां विच कुछ सज्जणां ने फूका मार दित्तियां ने। वो कहंदे दूजिਆਂ ਨੂੰ ने तोता रटनी, पर तोते लोकां ਨੂੰ ਉਹਨਾਂ ਆਪ बना दिता पढ़ा पढ़ा के। गुरबाणी ਨੂੰ पढ़ के ਉਹਦੇ ਵਿੱਚੋਂ ਨਿਰਪੱਖ हो के अर्थ वेखो की बनते हैं। किसी आदमी की ना सुनो, क्योंकि सब लोग बहुते तकरीबन आपो अपने ढंग के नाल अर्थ करी जाते हैं। तां ब्रह्म ज्ञानी इस पंज भौतिक देह दे विच वरतन वाली एक शख्सियत का नाम है। गुरु उसनूं बनाउण वाला है। गुरु नानक देव जी ब्रह्म ज्ञानी पैदा करन वाले ने। ते मैं भी बेनती करदिआं, जे गुरु गोबिंद सिंह नूं कहने आपां पूरे गुरु सन, गुरु नानक देव जी पूरे गुरु ने, जे उन्हां ने बाबा बुढ़ा बनाया ना, एक पासे कहने गुरु ग्रंथ साहब उन्हां दे रूप ने, कि गुरु ग्रंथ साहब ब्रह्म ज्ञानी नहीं बना सकते? ये भी तो बना सकते ना। तो ये सारे जिहड़े तर्क ने नेत्रहीन तर्क ने। तर्क माड़ा नहीं, तर्क ठीक हुंदा है ज्ञान, पर नेत्रहीन तर्क है। पैरों तो बिना जिवें पिंगला तर्क है, जिहदे पैर कोई नहीं, जिहदे हथ कोई नहीं, बोला तर्क है बिल्कुल, जिहदे कोई सिर पैर नहीं बनते। तो ये साफ अर्थ ने ब्रह्म ज्ञानी से जन भये। भय का अर्थ हो गए, बन गए, वो जन ब्रह्म ज्ञानी बन गए। कौन? नानक जिन प्रभ, जिन्हां नूं प्रभ वाहिगुरू अकाल पुरख आप करे, आप कीते उसने आप बना दिते। फिर हजूर अगे कहंदे ब्रह्म ज्ञानी सगल कीरीना
ਰੀਨਾ ਦੇ ਅਰਥ ਹੈ ਧੂੜ। ਬ੍ਰਹਮ ਗਿਆਨੀ ਸਾਰਿਆਂ ਦੇ ਚਰਨਾਂ ਦੀ ਧੂੜ ਹੁੰਦੀ ਹੈ, ਸਾਰਿਆਂ ਦੇ ਚਰਨਾਂ ਦੀ ਧੂੜੀ ਹੈ ਬ੍ਰਹਮ ਗਿਆਨੀ। ਹਜੂਰ ਕਹਿੰਦੇ ਆਤਮ ਰਸ ਬ੍ਰਹਮ ਗਿਆਨੀ ਚੀਨਾ। ਆਤਮ ਰਸ ਧਿਆਨ ਦੇਣਾ, ਬ੍ਰਹਮ ਗਿਆਨੀ ਨੇ ਆਤਮ ਰਸ ਮਾਣਿਆ। ਆ ਸਰੀਰ ਦੇ ਰਸ ਤੇ ਸਾਰੀ ਦੁਨੀਆ ਮਾਣਦੀ ਹੈ। ਇਹ ਆਪਾਂ ਸਾਰੇ ਸਰੀਰ ਦਾ ਕੋਈ ਵੀ ਰਸ ਹੈ, ਖਾਣ ਪੀਣ ਦਾ, ਵੇਖਣ ਦਾ, ਸੁਣਨ ਦਾ, ਪਰ ਬ੍ਰਹਮ ਗਿਆਨੀ ਇਕੱਲੇ ਸਰੀਰ ਦੇ ਰਸ ਤੱਕ ਸੀਮਿਤ ਨਹੀਂ। ਉਹ ਸਾਧ ਸੰਗਤ ਜੀ ਆਤਮ ਰਸ ਨੂੰ, ਅੰਦਰਲੇ ਰਸ ਨੂੰ ਪੀਂਦਾ ਹੈ। ਇਸ ਕਰਕੇ ਦੋਵਾਂ ਵਿੱਚ ਫਰਕ ਕੀ ਹੈ? ਸਰੀਰ ਦੇ ਰਸ ਅਸੀਂ ਜਿਉਂ-ਜਿਉਂ ਭੋਗਨੇ ਆ, ਉਹ ਰਸ ਸਾਨੂੰ ਭੋਗ ਜਾਂਦੇ ਨੇ। ਲੱਗਦਾ ਸਾਨੂੰ ਇੰਜ ਹੈ ਅਸੀਂ ਰਸ ਭੋਗ ਰਹੇ ਹਾਂ। ਸਰੀਰ ਦੇ ਰਸ ਅਸੀਂ ਜਿਉਂ-ਜਿਉਂ ਭੋਗਨੇ ਆ, ਉਹ ਰਸ ਸਾਨੂੰ ਖਾ ਜਾਂਦੇ ਨੇ। ਸਾਨੂੰ ਇਹ ਲੱਗਦਾ ਅਸੀਂ ਰਸ ਖਾ ਰਹੇ ਹਾਂ। ਜਦੋਂ ਅਸੀਂ ਆਊਟ ਆਫ ਰੇਂਜ ਜਾ ਕੇ, ਆਪਣੀ ਹੱਦ ਤੋਂ, ਧਰਮ ਤੋਂ ਬਾਹਰ ਜਾ ਕੇ ਸਰੀਰ ਦੇ ਰਸ ਲੈਂਦੇ ਹਾਂ, ਤੇ ਉਹ ਜੀਵਨ ਨੂੰ ਖਾ ਜਾਂਦੇ, ਨੁਕਸਾਨ ਕਰਦੇ ਨੇ। ਪਰ ਜਿਹੜਾ ਆਤਮ ਰਸ ਹੈ, ਇਹਨੂੰ ਕਬੀਰ ਸਾਹਿਬ ਕਹਿੰਦੇ ਇਸ ਤਰ੍ਹਾਂ ਦਾ ਰਸ ਹੈ ਵੀ ਜਿਉਂ-ਜਿਉਂ ਇਹਨੂੰ ਬੰਦਾ ਪੀਂਦਾ ਹੈ, ਤਿਉਂ-ਤਿਉਂ ਉਹਦੀ ਪਿਆਸ ਹੋਰ ਵੱਧਦੀ ਜਾਂਦੀ। ਅੱਕਦਾ ਨਹੀਂ ਇਸ ਨੂੰ ਪੀ ਪੀ ਕੇ, ਹੋਰ ਉਹਦੇ ਵਿੱਚ ਤੀਬਰਤਾ, ਇਹ ਉਸ ਨੂੰ ਅਕਾਉਂਦਾ ਨਹੀਂ ਹੈ। ਬਸ ਇੱਕੋ ਹੀ ਤੇ ਰਸ ਹੈ ਸੰਸਾਰ ਦਾ, ਜਿਹਨੂੰ ਗੁਰਬਾਣੀ ਦਾ ਰਸ ਕਹਿੰਦੇ ਨੇ, ਜਿਹੜਾ ਮਨੁੱਖ ਨੂੰ ਅਕਾਉਂਦਾ ਨਹੀਂ, ਉਹਦੇ ਤੋਂ ਅੱਕਦਾ ਨਹੀਂ ਆਦਮੀ। ਬਾਕੀ ਸਾਰੀਆਂ ਚੀਜ਼ਾਂ ਤੋਂ ਵੱਡੇ ਵੱਡੇ ਲੋਕ ਨੇ ਜਿਹੜੇ ਆਪਾਂ ਮੀਡੀਅਮ ਸਾਈਜ਼ ਦੇ ਵਿੱਚ ਕੰਮ ਕਰ ਰਹੇ ਹਾਂ ਜਾਂ ਨੀਚਲੇ ਪੱਧਰ ਤੇ, ਆਪਾਂ ਸਾਰੀ ਉਮਰ ਇਸ ਕੰਮ ਵਾਸਤੇ ਲਾ ਦਿੰਦੇ ਹਾਂ ਵੀ ਆਪਾਂ ਉੱਚੇ ਰਸਾਂ ਨੂੰ ਪ੍ਰਾਪਤ ਕਰ ਲਈਏ, ਅਮੀਰ ਹੋ ਜਾਈਏ, ਧਨਾੜ ਹੋ ਜਾਈਏ, ਸਾਰੀ ਜ਼ਿੰਦਗੀ ਲਾ ਦਿੰਦੇ ਹਾਂ। ਤੇ ਜਿੱਥੇ ਉਹ ਪਹੁੰਚੇ ਹੋਏ ਨੇ, ਜੇ ਉਹਨਾਂ ਨੂੰ ਪੁੱਛ ਲਈ ਤੇ ਉਹ ਕਹਿੰਦੇ ਇੱਥੇ ਆ ਕੇ ਕੁਝ ਵੀ ਨਹੀਂ ਮਿਲਿਆ, ਤ੍ਰਿਪਤੀ ਨਹੀਂ ਆਈ। ਤਾਂ ਜਿਹੜਾ ਤ੍ਰਿਪਤੀ ਦਾ ਰਸਤਾ ਹੈ, ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬਾਣੀ ਵਿੱਚ ਦੱਸਿਆ ਹੈ। ਬਾਕੀ ਕੋਈ ਵੀ ਰਸਤਾ ਸਾਨੂੰ ਕਦੀ ਤ੍ਰਿਪਤ ਨਹੀਂ ਕਰਦਾ, ਰਜਾਉਂਦਾ ਨਹੀਂ, ਕਦੀ ਸੰਤੁਸ਼ਟ ਨਹੀਂ ਕਰ ਸਕਦਾ, ਇੱਛਾ ਪੂਰੀ ਨਹੀਂ ਕਰ ਸਕਦਾ। ਜੇ ਕਿਸੇ ਮਨੁੱਖ ਨੇ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਤ੍ਰਿਪਤ ਕਰਨਾ ਹੈ, ਤੇ ਉਹ ਅੰਦਰ ਦੀ ਸਾਂਝ ਪਰਮਾਤਮਾ ਨਾਲ ਪਾਉਣ ਤੋਂ ਬਿਨਾਂ ਮੁਮਕਿਨ ਨਹੀਂ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਿ ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਉਹਨੇ ਆਤਮਾ ਦਾ ਰਸ ਪੀ ਲਿਆ ਹੈ। ਫਿਰ ਕਹਿੰਦੇ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ। ਮਾਇਆ ਤੇ ਮਾਇਆ ਦੋ ਸ਼ਬਦ ਨੇ। ਮਾਇਆ ਦੇ ਅਰਥ ਹੈ ਕਿਰਪਾ, ਮਾਇਆ ਦੇ ਅਰਥ ਨੇ ਪਦਾਰਥ। ਬ੍ਰਹਮ ਗਿਆਨੀ ਦੀ ਹਮੇਸ਼ਾ ਸਾਰਿਆਂ ਤੇ ਹੀ ਕਿਰਪਾ ਰਹਿੰਦੀ ਹੈ, ਭਾਵੇਂ ਉਹ ਮਾੜਾ ਹੈ, ਚੰਗਾ ਹੈ, ਪੁੰਨੀ ਹੈ, ਪਾਪੀ, ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਣ ਲੱਗ ਪੈਂਦਾ ਹੈ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਕਈ ਵਾਰੀ ਆਪਾਂ ਘਬਰਾ ਜਾਂਦੇ ਹਾਂ ਵੀ ਸਾਨੂੰ ਕੋਈ ਵਰ ਸਰਾਪ ਨਾ ਮਿਲੇ, ਪਰ ਬ੍ਰਹਮ ਗਿਆਨੀ ਜਿਹੜਾ ਗੁਰੂ ਨਾਨਕ ਦਾ ਹੈ, ਉਹ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ, ਕਦੀ ਕਿਸੇ ਵਾਸਤੇ ਗਲਤ ਨਹੀਂ ਕਹਿੰਦਾ ਵੀ ਇਹਦਾ ਬੁਰਾ ਹੋ ਜਾਏ, ਇਹਦਾ ਨੁਕਸਾਨ ਹੋ ਜਾਏ। ਇਹ ਉਹਦਾ ਜੀਵਨ ਹੈ। ਹਜੂਰ ਕਹਿੰਦੇ ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਸਮਦਰਸੀ ਰਹਿੰਦਾ ਹੈ, ਸਮਦਰਸੀ, ਇੱਕ ਦ੍ਰਿਸ਼ਟੀ ਵਾਲਾ, ਭਾਵ ਊਚ ਨੀਚ ਉਹਦੇ ਵਿੱਚ ਨਹੀਂ ਕਿਸੇ ਪ੍ਰਤੀ। ਉਹਦੀ ਦ੍ਰਿਸ਼ਟੀ ਵਿੱਚ ਸਦੀਵ ਅੰਮ੍ਰਿਤ ਰਹਿੰਦਾ, ਔਰ ਉਹ ਸਦਾ ਹੀ ਸਾਰੇ ਸੰਸਾਰ ਦਾ ਭਲਾ ਹੀ ਚਾਹੁੰਦਾ ਹੈ। ਇਸ ਤਰ੍ਹਾਂ ਦੀ ਉਹਦੀ ਦਸ਼ਾ ਹੈ। ਫਿਰ ਕਹਿੰਦੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਖਿਆਲਾਂ ਦੇ ਬੰਧਨਾਂ ਤੋਂ ਮੁਕਤ ਹੈ। ਜਿਵੇਂ ਅਸੀਂ ਆਪਣੇ ਖਿਆਲ ਮੰਡਲ ਦੇ ਵਿੱਚ ਫਸੇ ਹੋਏ, ਸਾਡਾ ਜੀਵਨ ਕੀ ਹੈ? ਜਿਹੜੇ ਪਰਿਵਾਰ ਵਿੱਚ ਅਸੀਂ ਜਨਮੇ ਹਾਂ, ਜਿਹੜੇ ਖਿਆਲ ਸਾਨੂੰ ਦੇ ਦਿੱਤੇ ਗਏ ਨੇ, ਅਸੀਂ ਉਹਨਾਂ ਵਿੱਚ ਜਕੜੇ ਗਏ ਹਾਂ, ਉਹਨਾਂ ਵਿੱਚ ਵੱਜ ਗਏ, ਨਾ ਉਹਨਾਂ ਤੋਂ ਅਗਾਂਹ ਜਾ ਸਕਨੇ, ਨਾ ਪਿੱਛੇ। ਪਰ ਜਿਹਦੇ ਅੰਦਰ ਬ੍ਰਹਮ ਗਿਆਨ ਦੀ ਅਵਸਥਾ ਬਣ ਜਾਂਦੀ, ਉਹ ਸ਼ਖਸੀਅਤ ਖਿਆਲਾਂ ਨੂੰ ਤੋੜ ਜਾਂਦਾ ਹੈ, ਰਸੇ ਖੁੱਲ੍ਹ ਜਾਂਦੇ ਉਹਦੇ ਜੀਵਨ ਵਿੱਚ। ਦੁੱਖਾਂ ਦੇ ਬੰਧਨ, ਖਿਆਲਾਂ ਦੇ ਬੰਧਨ ਹੀ ਦੁੱਖ ਹਨ। ਦੁੱਖ ਹੋਰ ਕੋਈ ਨਹੀਂ, ਖਿਆਲ ਹੀ ਦੁੱਖ ਹੈ, ਵਿਚਾਰਾਂ ਦੁੱਖ ਹਨ। ਉਹਨਾਂ ਵਿਚਾਰਾਂ ਦਾ ਹੀ ਦੁੱਖ ਸਾਡੇ ਅੰਦਰ ਹੋਰ ਦੁੱਖ ਵਧਾਈ ਜਾਂਦਾ ਹੈ। ਪਰ ਜਿਹੜਾ ਇਹ ਨਾਮ ਦੀ ਗੱਲ ਸਤਿਗੁਰੂ ਕਰਦੇ, ਇਹਦੇ ਨਾਲ ਵਿਚਾਰਾਂ ਟੁੱਟ ਜਾਂਦੀਆਂ, ਨਿਰਵਿਚਾਰ ਹੋ ਜਾਂਦਾ ਆਦਮੀ। ਵਿਚਾਰਾਂ ਤੋਂ ਅੱਗੇ ਸੰਸਾਰ ਦੇ ਵਿੱਚ ਜਿਹੜੇ ਨਸ਼ਈ ਲੋਕ ਹਨ, ਉਹ ਨਸ਼ਾ ਵੀ ਤਾਂ ਹੀ ਵਰਤਦੇ ਵੀ ਥੋੜ੍ਹੇ ਚਿਰ ਵਾਸਤੇ ਵਿਚਾਰਾਂ ਬੰਦ ਹੋ ਜਾਣ, ਹੋਰ ਉਹਦਾ ਕੋਈ ਕਾਰਨ ਨਹੀਂ।
ਕਿਉਂਕਿ ਵਿਚਾਰਾਂ ਬੰਦ ਹੋਣ ਨਾਲ ਦੁੱਖ ਟੁੱਟਦਾ ਹੈ, ਖਤਮ ਹੁੰਦਾ ਹੈ। ਪਰ ਉਹ ਰਸਤਾ ਗਲਤ ਹੈ। ਨਸ਼ੇ ਨਾਲ ਥੋੜੇ ਚਿਰ ਵਾਸਤੇ ਵਿਚਾਰਾਂ ਬੰਦ ਹੋ ਜਾਂਦੀਆਂ। ਆਦਮੀ ਕਹਿੰਦਾ ਵੀ ਸਰੂਰ ਆ ਗਿਆ, ਸਰੂਰ ਤੇ ਉਹਦੇ ਅੰਦਰ ਹੀ ਸੀ ਪਹਿਲਾਂ ਹੀ, ਵਿਚਾਰਾਂ ਕਰਕੇ ਸਰੂਰ ਬੰਦ ਹੋ ਗਿਆ ਸੀ। ਤਾਂ ਨਾਮ ਜਿਹੜਾ ਹੈ, ਗੁਰਬਾਣੀ ਜਿਹੜੀ ਹੈ, ਉਹ ਆਦਮੀ ਦੇ ਵਿਚਾਰਾਂ ਨੂੰ ਕੰਟਰੋਲ ਕਰ ਲੈਂਦੀ ਹੈ। ਤੇ ਜਦੋਂ ਵਿਚਾਰ ਬਿਲਕੁਲ ਰੁਕ ਜਾਂਦੇ ਨੇ, ਉਸ ਝੂਠੇ ਨਸ਼ੇ ਨਾਲੋਂ ਹਜ਼ਾਰਾਂ ਗੁਣਾ ਨਸ਼ਾ ਉਹਨੂੰ ਬਾਣੀ ਵਿੱਚੋਂ ਆਉਣ ਲੱਗ ਪੈਂਦਾ ਹੈ, ਤ੍ਰਿਪਤ ਹੋ ਜਾਂਦਾ, ਫਿਰ ਉਹਨੂੰ ਲੋੜ ਨਹੀਂ ਪੈਂਦੀ ਝੂਠੇ ਨਸ਼ੇ ਦੀ। ਤਾਂ ਉਹ ਇਹਨਾਂ ਬੰਧਨਾਂ ਤੋਂ ਮੁਕਤ ਹੈ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਜੁਗਤ ਦਾ ਅਰਥ ਯੁਕਤੀ, ਤਰੀਕਾ। ਉਹਦੇ ਸੰਸਾਰ ਦੇ ਵਿੱਚ ਰਹਿਣ ਦੀ ਜਿਹੜੀ ਜੁਗਤ ਹੈ, ਜਿਹੜੀ ਤਰੀਕਾ ਹੈ, ਉਹ ਬੜਾ ਨਿਰਮਲ ਹੋ ਜਾਂਦਾ ਹੈ, ਸਵਾਰਥੀ ਨਹੀਂ ਰਹਿੰਦਾ, ਪਰਉਪਕਾਰੀ ਹੋ ਜਾਂਦਾ ਹੈ, ਕਿਸੇ ਨਾਲ ਵੈਰ ਭਾਵ ਵਿੱਚ ਨਹੀਂ ਰਹਿੰਦਾ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਗਿਆਨ ਦਾ ਭੋਜਨ ਖਾਂਦਾ ਹੈ। ਸਰੀਰਕ ਤੌਰ ਤੇ ਨਹੀਂ ਕਹਿ ਰਹੇ, ਅਧਿਆਤਮਿਕ ਤੌਰ ਤੇ ਕਹਿ ਰਹੇ ਨੇ ਕਿ ਬ੍ਰਹਮ ਗਿਆਨੀ ਨੂੰ, ਜਿਵੇਂ ਅਸੀਂ ਵੀ ਇੱਕ ਖੁਰਾਕ ਖਾਂਦੇ ਹਾਂ, ਇਕੱਲਾ ਸਰੀਰ ਖੁਰਾਕ ਨਹੀਂ ਖਾਂਦਾ, ਸਾਡੇ ਮਨ ਦੀ ਖੁਰਾਕ ਹੈ। ਅਸੀਂ ਕਿਸੇ ਨਾ ਕਿਸੇ ਚੀਜ਼ ਦੇ ਸਹਾਰੇ ਤੇ ਜਿਉਂਦੇ ਹਾਂ। ਜਿਵੇਂ ਸਾਡੀ ਖੁਰਾਕ ਹੈ ਕੋਈ ਅਖਬਾਰ, ਕੋਈ ਨਾਵਲ, ਕੋਈ ਸੀਰੀਅਲ, ਕੋਈ ਹੋਰ ਕੋਈ ਚੀਜ਼ਾਂ, ਇਹ ਸਾਡੇ ਮਨ ਦੀ ਖੁਰਾਕ ਹੈ, ਉਹਦੇ ਨਾਲ ਸਾਡਾ ਮਨ ਜਿਉਂਦਾ ਰਹਿੰਦਾ ਹੈ। ਪਰ ਬ੍ਰਹਮ ਗਿਆਨੀ ਦੀ ਖੁਰਾਕ ਜਿਹੜੀ ਹੈ ਨਾ, ਗਿਆਨ ਹੋ ਜਾਂਦੀ, ਪਰਮਾਤਮਾ ਦਾ ਨਾਮ, ਉਹਦੇ ਨਾਲ ਪਾਈ ਹੋਈ ਸਾਂਝ, ਉਹ ਉਹਦੀ ਖੁਰਾਕ ਅੰਦਰ ਦੀ ਬਣ ਜਾਂਦੀ। ਸਾਡੇ ਜਿਵੇਂ ਇੱਕ ਅਸਥੂਲ ਬਾਡੀ ਹੈ, ਬਾਹਰ ਸੂਖਸ਼ਮ ਜਿਹੜੀ ਦਿਸਦੀ ਹੈ, ਜਿਹੜੀ ਟੀਵੀ ਵਿੱਚ, ਕੈਮਰੇ ਵਿੱਚ ਆ ਸਕਦੀ, ਪਰ ਸਾਡੇ ਅੰਦਰ ਇੱਕ ਜਿਹੜੀ ਸੂਖਸ਼ਮ ਹੈ, ਉਹ ਦਿਸਣ ਵਿੱਚ ਨਹੀਂ ਆਉਂਦਾ। ਸਰੀਰ ਸਾਡੇ ਵਿੱਚ ਰਹਿੰਦਾ ਹੈ। ਤਾਂ ਇਹ ਸਰੀਰ ਦੇ ਮਰਨ ਤੋਂ ਬਾਅਦ ਵੀ ਉਹ ਰਹਿੰਦਾ ਹੈ, ਜਿਸ ਨੂੰ ਸੂਖਸ਼ਮ ਸਰੀਰ ਕਹਿੰਦੇ ਨੇ। ਜਿਵੇਂ ਇਸ ਸਰੀਰ ਦੀ ਖੁਰਾਕ ਹੈ, ਰੋਟੀ ਪਾਣੀ ਖਾਂਦੇ ਆ, ਸਰੀਰ ਚੱਲਦਾ, 5 ਤੱਤ ਹੈ, ਇਸੇ ਤਰ੍ਹਾਂ ਅੰਦਰਲੇ ਸਰੀਰ ਦੀ ਖੁਰਾਕ ਪਰਮਾਤਮਾ ਦਾ ਨਾਮ ਹੈ। ਪਰ ਅਸੀਂ ਉਹ ਨਾਮ ਬੰਦ ਕਰਕੇ ਅਸੀਂ ਹੋਰ ਉਸ ਅੰਦਰਲੇ ਸਰੀਰ ਨੂੰ ਕਈ ਕੁਝ ਖਵਾ ਦਿੰਦੇ ਹਾਂ, ਆੜ ਕਬਾੜ ਝੂਠੇ ਖਿਆਲਾਂ ਨਾਲ ਭਰ ਦਿੰਦੇ ਹਾਂ, ਜਿਸ ਕਰਕੇ ਅੰਦਰਲਾ ਸਰੀਰ ਮਨ ਰੋਗੀ ਹੋ ਜਾਂਦਾ। ਜਿਨ੍ਹਾਂ ਨੇ ਇਸ ਮਨ ਨੂੰ, ਅੰਦਰਲੇ ਸਰੀਰ ਨੂੰ ਖੁਰਾਕ ਦਿੱਤੀ ਨਾਮ ਦੀ, ਉਹ ਬੜਾ ਸਟਰੋਂਗ ਹੋ ਜਾਂਦਾ ਹੈ। ਤੇ ਜਦੋਂ ਅੰਦਰਲਾ ਸਰੀਰ ਪੂਰਾ ਤਾਕਤਵਰ ਹੋ ਜਾਏ, ਫਿਰ ਉਹ ਬਾਹਰਲੇ ਸਰੀਰ ਨੂੰ ਚੁੱਕ ਲੈਂਦਾ ਹੈ। ਤੁਸੀਂ ਸੁਣਿਆ ਹੋਵੇਗਾ ਨਾ, ਬਾਬਾ ਦੀਪ ਸਿੰਘ ਜੀ ਸੀਸ ਕੱਟਣ ਤੋਂ ਬਾਅਦ ਵੀ ਖੰਡਾ ਲੈ ਕੇ ਲੜਦੇ ਰਹੇ। ਤਾਂ ਆਮ ਬੰਦੇ ਦੀ ਸਮਝ ਵਿੱਚ ਨਹੀਂ ਆਉਂਦਾ, ਉਹ ਕਹਿੰਦੇ ਅਸੀਂ ਪੜ੍ਹੇ ਲਿਖੇ ਆ, ਇਹ ਗੱਲ ਕਿਵੇਂ ਹੋ ਸਕਦੀ ਹੈ। ਪਰ ਜਿਹੜੀ ਚੀਜ਼ ਨੂੰ ਅਸੀਂ ਪ੍ਰੈਕਟੀਕਲ ਨਹੀਂ ਕੀਤਾ, ਮਾਣਿਆ ਨਹੀਂ, ਉਹਦੇ ਬਾਰੇ ਅਸੀਂ ਕਿਵੇਂ ਫੈਸਲਾ ਦੇ ਸਕਨੇ। ਅਸਲ ਵਿੱਚ ਬਾਬਾ ਦੀਪ ਸਿੰਘ ਜੀ ਦਾ ਅੰਦਰਲਾ ਜਿਹੜਾ ਸੂਖਸ਼ਮ ਸਰੀਰ, ਉਹ ਨਾਮ ਨਾਲ ਇੰਨਾ ਤਾਕਤਵਰ ਹੋ ਚੁੱਕਾ ਸੀ ਕਿ ਬਾਹਰਲਾ ਕੰਮ ਨਾ ਵੀ ਕਰੇ, ਉਹ ਅੰਦਰਲੇ ਸਰੀਰ ਨਾਲ ਕੰਮ ਕਰ ਲੈਂਦੇ ਸੀ। ਅੰਦਰਲਾ ਸਰੀਰ ਬਾਹਰਲੇ ਨੂੰ ਚੁੱਕ ਸਕਦਾ ਸੀ, ਇੰਨੇ ਤਾਕਤਵਰ ਹੋ ਗਏ। ਇਹਨਾਂ ਉਹਨਾਂ ਦਾ ਸੇਵਾ ਸੀ, ਉਹਨਾਂ ਦੀ ਸਿਮਰਨ ਸੀ, ਇੰਨਾ ਧਿਆਨ ਸੀ ਉਹਨਾਂ ਦਾ। ਤਾਂ ਉਹਦੇ ਨਾਲ ਉਹ ਬਾਹਰਲਾ ਸਰੀਰ, ਤਾਂ ਹੀ ਤਾਂ ਐਸੇ ਲੋਕ ਸਰੀਰਾਂ ਦੀ ਤਾਕਤ ਦੇ ਉੱਤੇ ਨਿਰਭਰ ਨਹੀਂ, ਉਹ ਅੰਦਰਲੀ ਜ਼ਮੀਰ ਦੀ ਤਾਕਤ ਨਾਲ ਇੰਨੇ ਵੱਡੇ ਕੰਮ ਕਰ ਦਿੰਦੇ, ਜਿਹੜੇ ਸਰੀਰ ਦੀ ਤਾਕਤ ਵਾਲੇ ਬਹੁਤੇ ਲੋਕਾਂ ਤੋਂ ਕੰਮ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਹੀ ਕਿਹਾ ਸੀ ਵੀ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਕਿਉਂਕਿ ਉਹਨਾਂ ਨੇ ਉਸ ਸਰੀਰ ਦੀ ਗੱਲ ਕੀਤੀ ਸੀ ਜਿਹਦੇ ਵਿੱਚ 1.25 ਲੱਖ ਸਰੀਰ ਜਿੰਨੀ ਅੰਦਰ ਤਾਕਤ ਹੈ, ਇੰਨੀ ਹਿੰਮਤ, ਇੰਨੀ ਜ਼ਰੂਰਤ ਹੈ। ਤਾਂ ਸਤਿਗੁਰੂ ਕਹਿੰਦੇ ਉਹਨਾਂ ਦਾ ਭੋਜਨ ਗਿਆਨ ਹੋ ਜਾਂਦਾ ਅੰਦਰਲੇ ਸਰੀਰ ਦਾ। ਔਰ ਬ੍ਰਹਮ ਗਿਆਨੀ ਦਾ ਧਿਆਨ ਜਿਹੜਾ ਹੈ, ਉਹ ਭਾਵੇਂ ਕਿਹੜੇ ਪਾਸੇ ਧਿਆਨ ਕਰੇ, ਕੰਮ ਵਿੱਚ ਲੱਗੇ, ਬਾਜ਼ਾਰ ਵਿੱਚ ਜਾਏ, ਜਿੱਥੇ ਮਰਜੀ, ਜਿਹੜੀ ਥਾਂ ਤੇ ਧਿਆਨ ਲਾਏਗਾ ਉੱਥੇ ਉਸ ਨੂੰ ਪਰਮਾਤਮਾ ਦੇ ਦੀਦਾਰ, ਉਹਦੇ ਨਾਮ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ, ਉਹਦੀ ਅਵਸਥਾ ਹੈ। ਇਹ ਸਾਰੇ ਦੇ ਸਾਰੇ ਜਿਹੜੇ ਲੱਛਣ ਨੇ ਬ੍ਰਹਮ ਗਿਆਨੀ ਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ। ਉਹਦੇ ਵਿੱਚ ਇਹ ਚੀਜ਼ਾਂ ਭਰੀਆਂ ਜਾਂਦੀਆਂ ਨੇ, ਇਹ ਅਵਸਥਾਵਾਂ ਆ ਜਾਂਦੀਆਂ ਨੇ। 3 ਪਦੇ ਆਪਾਂ ਕਰ ਸਕੇ ਹਾਂ, ਬਾਕੀ ਇਸ ਅਸ਼ਟਪਦੀ ਦੇ 5 ਅੰਕ ਜੋ ਅੱਗੇ ਪਹਿਰੇ ਹਨ ਉਹ ਬਾਕੀ ਬਚੇ ਹਨ। ਸ਼ਾਮ ਦੇ ਦੀਵਾਨ ਵਿੱਚ ਅੱਜ ਆਪਾਂ ਫਿਰ ਹਾਜ਼ਰੀ ਭਰਾਂਗੇ, ਉਹ ਕਰਾਂਗੇ। ਆਓ 1-2 ਮਿੰਟ ਵਾਸਤੇ
ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ